ਅਸੀਂ ਆਪਣੇ ਆਪ ਨੂੰ ਦੀਨ ਤੇ ਨਮਰ ਕਰਦੇ ਹਾਂ ਪਿਤਾ ਪਰਮੇਸ਼ਰ। ਪਾਕ ਰੂਜੀਓ ਆਓ ਸਾਡੇ ਤੇ ਕਬਜ਼ਾ ਕਰੋ। ਅਸੀਂ ਤੁਹਾਡੇ ਬਿਨਾਂ ਕਿਸੇ ਕੰਮ ਦੇ ਨਹੀਂ। ਪਵਿੱਤਰ ਆਤਮਾ ਸਾਡੇ ਬੋਲਾਂ ਨੂੰ ਛੂਹੋ, ਸਾਡੀਆਂ ਸੋਚਾਂ ਨੂੰ ਛੂਹੋ, ਸਾਡੇ ਦਿਲਾਂ ਨੂੰ ਛੂਹੋ, ਸਾਡੀਆਂ ਕਮਜ਼ੋਰੀਆਂ 'ਚ ਸਾਡਾ ਜ਼ੋਰ ਬਣੋ, ਸਾਡੀ ਤਾਕਤ ਬਣੋ। ਤੇ ਪ੍ਰਭੂ ਜੀ ਤੇਰਾ ਪਵਿੱਤਰ ਔਰ ਸੱਚਾ ਵਚਨ ਅਸੀਂ ਪ੍ਰਭੂ ਜੀ ਅੱਜ ਸ਼ੇਅਰ ਕਰ ਸਕੀਏ, ਸਿੱਖ ਸਕੀਏ ਤੇ ਸਿਖਾ ਸਕੀਏ। ਪਵਿੱਤਰ ਆਤਮਾ ਜੀਓ ਆਓ ਤੇ ਸਾਡੇ ਤੇ ਕਬਜ਼ਾ ਕਰੋ। ਇੱਕ ਇੱਕ ਭੈਣ ਭਰਾ ਨੂੰ ਤੁਹਾਡੇ ਚਰਨਾਂ 'ਚ ਲੈ ਕੇ ਆਉਣੇ, ਇੱਕ ਇੱਕ ਦੇ ਮਨ ਨੂੰ ਤਿਆਰ ਕਰੋ, ਇੱਕ ਇੱਕ ਦੇ ਦਿਲ ਨੂੰ ਨਰਮ ਕਰੋ ਕਿ ਪ੍ਰਭੂ ਜੀ ਤੇਰਾ ਵਚਨ ਲੈਣ ਲਈ ਭੁੱਖ ਤੇ ਪਿਆਸ ਪੈਦਾ ਕਰੋ, ਤਾਂ ਜੋ ਜਦੋਂ ਤੇਰਾ ਵਚਨ ਡਿਲੀਵਰ ਹੋਵੇ ਪ੍ਰਭੂ ਜੀ ਤੇ ਇੱਕ ਇੱਕ ਉਸ ਵਚਨ ਨੂੰ ਲੈ ਕੇ ਪ੍ਰਭੂ ਜੀ, ਤੇਰੀ ਸਿੱਖਿਆ ਨੂੰ ਲੈ ਕੇ ਮੇਰੇ ਪਰਮੇਸ਼ਰ ਤੇਰੇ ਵਚਨਾਂ ਤੇ ਚੱਲ ਕੇ ਪ੍ਰਭੂ ਜੀ ਤੇਰੇ ਪਲਾਨ ਨੂੰ ਪੂਰਾ ਕਰ ਸਕੇ। ਯਿਸੂ ਨਾਮ ਦੇ ਵਿੱਚ ਪ੍ਰਭੂ ਜੀ ਅੱਜ ਬੰਧਨ ਟੁੱਟ ਜਾਣ, ਯਿਸੂ ਨਾਮ ਦੇ ਵਿੱਚ ਜਕੜਨ ਖੁੱਲ ਜਾਵੇ ਅੱਜ ਯਿਸੂ ਨਾਮ ਦੇ ਵਿੱਚ, ਤੇ ਸ਼ੈਤਾਨ ਅੱਜ ਸ਼ਰਮਿੰਦਾ ਕੀਤਾ ਜਾਵੇ, ਕਿਉਂਕਿ ਪਰਮੇਸ਼ਰ ਦਾ ਆਤਮਾ ਇੱਥੇ ਆ। ਜਿੱਥੇ ਪਰਮੇਸ਼ਰ ਦਾ ਆਤਮਾ ਆ ਉੱਥੇ ਆਜ਼ਾਦੀ ਆ। ਅਸੀਂ ਅੱਜ ਵਿਕਟਰੀ ਪ੍ਰਭੂ ਜੀ ਆਜ਼ਾਦੀ ਡਿਕਲੇਅਰ ਕਰਦੇ ਹਾਂ। ਅਸੀਂ ਜੇਤੂ ਪਰਮੇਸ਼ਰ ਆ, ਕਿਉਂਕਿ ਯਿਸੂ ਮੁਰਦਿਆਂ ਚੋਂ ਜੀ ਉੱਠਿਆ ਆ। ਹਾਲੇਲੂਇਆ। ਉਹ ਜਿੰਦਾ ਦੇ ਪਰਮੇਸ਼ਰ ਦੇ ਸੱਚੇ ਹੱਥ ਬੈਠਾ ਸਾਡੇ ਲਈ ਪ੍ਰਾਰਥਨਾ ਕਰਦਾ ਹੈ। ਹਾਲੇਲੂਇਆ। ਧੰਨਵਾਦ ਕਰਦੇ ਪ੍ਰਭੂ ਯਿਸੂ ਜੀ, ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਇਸ ਯੋਗ ਬਣਾਇਆ ਕਿ ਅਸੀਂ ਸਾਰੇ ਰਲ ਕੇ ਪ੍ਰਭੂ ਜੀ ਤੁਹਾਡੀ ਵਰਸ਼ਿਪ ਕਰ ਸਕਦੇ ਹਾਂ। ਅਸੀਂ ਸਾਰੇ ਰਲ ਕੇ ਤੁਹਾਡਾ ਨਾਮ ਉੱਚਾ ਕਰ ਸਕਦੇ ਹਾਂ। ਅਸੀਂ ਸਾਰੇ ਰਲ ਕੇ ਤੈਨੂੰ ਜਲਾਲ ਦੇ ਸਕਦੇ ਹਾਂ। ਅਸੀਂ ਸਾਰੇ ਰਲ ਕੇ ਅੱਜ ਸਿੱਖ ਸਕਦੇ ਹਾਂ ਪ੍ਰਭੂ ਜੀ। ਜਦੋਂ ਤੇਰਾ ਪਵਿੱਤਰ ਆਤਮਾ ਬੋਲੇ ਤਾਂ ਪ੍ਰਭੂ ਜੀ ਸਾਡੀ ਬੁੱਧ ਖੁੱਲ ਜਾਵੇ, ਸਾਡਾ ਮਨ ਬਦਲ ਜਾਵੇ ਪ੍ਰਭੂ ਜੀ, ਕਿ ਪ੍ਰਭੂ ਜੀ ਤੇਰੀ ਮਰਜ਼ੀ ਪੂਰੀ ਹੋਵੇ ਯਿਸੂ ਮਸੀਹ ਦੇ ਜਿੰਦਾ ਔਰ ਜਲਾਲੀ ਨਾਮ। ਆਮੇਨ ਆਮੇਨ ਆਮੇਨ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਭੈਣੋ ਤੇ ਭਰਾਵੋ। ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚ ਜਾਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ 6 ਪੁਆਇੰਟ ਇਦਾਂ ਦੇ ਦੇਖਾਂਗੇ ਕਿ ਪਰਮੇਸ਼ਰ ਦੀ ਇੱਛਾ ਸਾਡੇ ਜੀਵਨ ਦੇ ਵਿੱਚ ਕੀ ਹੈ। We give thanks to the Lord, brothers and sisters. Before we go into the word, we're going to see what are the 6 points. We're going to discuss the 6 points to know the Lord's will in our life. ਹਾਲੇਲੂਇਆ। ਕਿੰਨੇ ਜਾਣੇ ਐਕਸਾਈਟਡ ਆ ਵੇ ਪਰਮੇਸ਼ਰ ਦੀ ਇੱਛਾ ਨੂੰ ਜਾਣਨ ਲਈ? ਆਪਾਂ ਸਾਰੇ ਐਕਸਾਈਟਡ ਆ ਕਿਉਂਕਿ ਪ੍ਰਭੂ ਸਾਨੂੰ ਪਿਆਰ ਕਰਦਾ ਤੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਹਾਲੇਲੂਇਆ। How many of us are excited to see the Lord's will? Amen. We all are excited. We should be, because He loves us. ਪਰਮੇਸ਼ਰ ਦੀ ਇੱਛਾ ਨੂੰ ਆਪਣੇ ਜੀਵਨ ਦੇ ਵਿੱਚ ਭਾਲਣਾ ਇੱਕ ਦਿਨ ਦਾ ਕੰਮ ਨਹੀਂ ਬਲਕਿ ਹਰ ਰੋਜ਼ ਦਾ ਕੰਮ ਹੈ। To seek Lord's will is not one day's job. It's every single day's duty, and we should follow it. ਆਪਾਂ ਆਪਣੇ ਜੀਵਨ ਦੇ ਵਿੱਚ ਉਹਦੀ ਯੋਜਨਾ ਨੂੰ ਕਿਸ ਤਰ੍ਹਾਂ ਜਾਣ ਸਕਦੇ ਹਾਂ? How can we know His plans into our life? ਅੱਜ ਆਪਾਂ ਕੁਝ ਤਰੀਕੇ ਦੇਖਾਂਗੇ ਜਿਹੜੇ ਸਾਡੀ ਮਦਦ ਕਰ ਸਕਦੇ ਆ। We're going to see some ways that can help us. ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। We give thanks to the Lord. ਪਰਮੇਸ਼ਰ ਦਾ ਵਚਨ ਵੀ ਕਹਿੰਦਾ ਹੈ ਕਿ ਮੇਰੇ ਰਾਜ ਦੀ ਖੋਜ ਕਰੋ। Lord's word says to seek for my kingdom. ਪਰਮੇਸ਼ਰ ਦੀ ਇੱਛਾ ਨੂੰ ਭਾਲੋ। ਉਹ ਖੁਦ ਚਾਹੁੰਦਾ, ਉਹਦੀ ਡਿਜ਼ਾਇਰ ਹੈ ਸਾਡੇ ਲਈ। It's His desire that we should seek His will. ਹਾਲੇਲੂਇਆ। Hallelujah. ਇੱਥੇ ਆਪਾਂ ਦੇਖ ਰਹੇ ਹਾਂ ਕਿ ਪਰਮੇਸ਼ਰ ਦੀ ਇੱਛਾ ਕੀ ਆ। Now we're going to see what's the Lord's will. ਕਹਾਵਤਾਂ ਦੇ ਵਿੱਚ ਲਿਖਿਆ ਆ In the 11ਵਾਂ ਚੈਪਟਰ ਤੇ 14ਵਾਂ ਵਰਸ ਆਪਾਂ ਦੇਖਾਂਗੇ। We're going to see Proverbs 11, verse 14. ਮੈਂ ਪੁਰਾਣੀ ਬਾਈਬਲ ਦਾ ਵਰਸ ਪੜਾਂਗੀ ਕਿਉਂਕਿ ਪੁਰਾਣੀ ਬਾਈਬਲ ਦੇ ਵਿੱਚ ਥੋੜੇ ਜਿਹੇ ਕਈ ਗੱਲਾਂ ਠੋਸ ਲਿਖੀਆਂ ਹੋਈਆਂ ਆ। ਹਾਲੇਲੂਇਆ। ਵਚਨ ਕਹਿੰਦਾ ਆ ਜਦੋਂ ਅਗਵਾਈ ਨਹੀਂ ਤਾਂ ਲੋਕ ਡਿੱਗ ਪੈਂਦੇ ਹਨ ਪਰ ਬਹੁਤੇ ਸਲਾਹਕਾਰਾਂ ਨਾਲ ਬਚਾਓ ਹੈ। ਹਾਲੇਲੂਇਆ। Where it says, where there is no counsel, the people fall, but in the multitude of counselors there is a safety. Amen. ਕੀ Hallelujah. ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੀ ਅਗਵਾਈ ਕਰਨ ਵਾਲਾ ਕੋਈ ਆਗੂ ਹੈ ਅੱਜ? Do you have any leader in your life who can counsel you? ਹੱਥ ਖੜੇ ਕਰੋ ਜਿਨ੍ਹਾਂ ਕੋਲ ਹੈ ਕੋਈ ਅਗਵਾਈ ਕਰਦਾ ਹੈ। Let's ਜੇ raise ਨਹੀਂ our hands. ਤਾਂ ਤੁਸੀਂ ਸਾਡੇ ਚਾਰਾਂ ਦੇ ਨਾਲ ਜਾਂ ਪਾਸਟਰ ਜੀ ਦੇ ਨਾਲ ਤੁਸੀਂ ਗੱਲ ਕਰ ਸਕਦੇ ਜੇ ਕੋਈ ਵੀ ਲੋੜ ਹੋਵੇ। If you Hallelujah. don't have any leader in your life, you can talk to any church leaders, Pastor G or any other leaders. ਹਾਲੇਲੂਇਆ। Hallelujah. ਕੋਈ ਵੀ ਡਿਸੀਜਨ ਲੈਣਾ ਹੋਵੇ ਭੈਣੋ ਤੇ ਭਰਾਵੋ ਪਰਮੇਸ਼ਰ ਦੀ ਅਗਵਾਈ ਤੋਂ ਬਿਨਾਂ ਨਹੀਂ ਲੈਣਾ। And
Whenever you're going to take any decision, seek Lord's counsel before. ਜਦੋਂ ਮੈਂ ਪਹਿਲਾਂ ਪ੍ਰਭੂ ਦੇ ਵਿੱਚ ਆਈ ਸੀ ਤੇ ਮੈਂ ਕਈ ਵਾਰੀ ਸੋਚਣਾ ਪਾਸਟਰ ਜੀ ਨੂੰ ਪੁੱਛਾਂ ਤੇ ਮੈਂ ਕਹਿ ਦੇਣਾ ਕਿ ਪਾਸਟਰ ਜੀ ਨੇ ਜੇ ਇਦਾਂ ਕਹਿਤਾ ਤਾਂ ਫਿਰ ਤਾਂ ਕੰਮ ਖਰਾਬ ਹੈ, ਮੈਂ ਨਹੀਂ ਪੁੱਛਣਾ। And when I was new and I was a beginner, I was like, okay, should I seek pastor's counsel? If I will ask him and what he says no, then what I'm going to do? ਸ਼ਾਇਦ ਅੱਜ ਤੁਹਾਡੇ ਵਿੱਚੋਂ ਵੀ ਕਈ ਜਾਣੇ ਇਦਾਂ ਹੀ ਸੋਚਦੇ ਹੋਵੋਗੇ, And I think so there are some of you who think the same as well. ਕਿਉਂਕਿ ਅਸੀਂ ਆਪਣੀਆਂ ਇੱਛਾ ਮੁਤਾਬਕ ਦੁਆਵਾਂ ਚਾਹੁੰਦੇ ਆ ਤੇ ਇੱਛਾ ਮੁਤਾਬਕ ਪਰਮੇਸ਼ਰ ਨੂੰ ਬਦਲਣਾ ਚਾਹੁੰਦੇ ਆ। Because we pray according to our wills and we want Lord to change according to our desires. ਤੇ ਪਾਸਟਰ ਜੀ ਨੂੰ ਤਾਂ ਅਸੀਂ ਬਹੁਤ ਪਿੱਛੇ ਛੱਡ ਜਾਂਦੇ ਕਈ ਵਾਰੀ, And we put pastors afar from ਪਰ us. ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਜਦੋਂ ਅਗਵਾਈ ਨਹੀਂ ਤਾਂ ਲੋਕ ਡਿੱਗ ਪੈਂਦੇ ਹਨ। But Lord's word says when there is no counsel, people fall. ਇਹ ਸਾਡੀ ਸਿੱਖਿਆ ਨਹੀਂ, ਕਿਸੇ ਪਾਸਟਰ ਜੀ ਦੀ ਸਿੱਖਿਆ ਨਹੀਂ, ਇਹ ਪਰਮੇਸ਼ਰ ਦੀ ਸਿੱਖਿਆ ਜਿਹੜੀ ਆਪਾਂ ਅੱਜ ਸ਼ੇਅਰ ਕਰਦੇ ਹਾਂ। ਇਹਨੂੰ ਪੂਰੇ ਪਿਆਰ ਦੇ ਨਾਲ ਸਿੱਖ ਕੇ ਤੇ ਇਸ ਤੇ ਵਰਕ ਕਰਨਾ ਆਪਣਾ ਕੰਮ। It is not our pastor's teaching, it is the teaching from the word and we need to read it and we need to follow it. ਹਾਲੇਲੂਇਆ। ਮੈਂ ਤੁਹਾਨੂੰ ਇਹ ਇਨਕਰੇਜ ਕਰਨਾ ਚਾਹੁੰਦੀ ਹਾਂ ਕਿ ਜਦੋਂ ਮੈਂ ਤੁਹਾਨੂੰ ਦੱਸਿਆ ਹੁਣੇ ਕਿ ਪਹਿਲਾਂ ਪਾਸਟਰ ਜੀ ਨੂੰ ਪੁੱਛਣਾ ਕਿ ਪਾਸਟਰ ਜੀ, ਤੇ ਮੈਨੂੰ ਲੱਗਣਾ ਉਹਨਾਂ ਦੀਆਂ ਗੱਲਾਂ ਤੋਂ ਕਿ ਇਹਨਾਂ ਨੇ ਨਾ ਕਰ ਦੇਣੀ, ਅਸੀਂ ਇੰਡੀਆ ਜਾਣਾ ਹੁੰਦਾ ਸੀ ਪ੍ਰਾਪਰਟੀ ਦੇ ਕੰਮ ਕਰਨ। And I'm gonna tell you, like I told you earlier, that before when I was a beginner, when I used to ask something to Pastor G, I was like, maybe he gonna say no, because we want to go to India to discuss some property. ਮੈਂ ਆਪਣੇ ਹਸਬੰਡ ਨੂੰ ਕਹਿਣਾ, ਮੈਂ ਕਹਿਣਾ ਪਾਸਟਰ ਜੀ ਨੇ ਤਾਂ ਮਨਾ ਕਰਨਾ, ਉਹਨਾਂ ਨੂੰ ਕੀ ਪਤਾ ਸਾਡੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ। And I said to my husband that we shouldn't ask Pastor G because he's gonna say no, because he doesn't know anything what's going on in our lives. ਤੇ ਕਈ ਵਾਰ ਅੰਮ੍ਰਿਤ ਬਿਨਾਂ ਅਗਵਾਈ ਤੋਂ ਇੰਡੀਆ ਗਏ, And sometime Amrit went to India without his counsel. ਪਰ ਉਨੀ ਵਾਰ ਹੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਖਾਲੀ ਹੱਥ ਵਾਪਸ ਆਏ। And as many as times he went to India, we always have to suffer from the loss. And we went. ਜਿੱਦਾਂ ਕਿ came back ਡਿੱਗ empty. ਕੇ ਬੱਚਾ ਤਕੜਾ ਹੁੰਦਾ ਆ, ਫਿਰ ਝਟਕੇ ਲੱਗੇ, ਇੱਕ ਨਹੀਂ ਲੱਗਾ 3-4 ਝਟਕੇ ਲੱਗੇ। ਫਿਰ ਅਸੀਂ ਕਿਹਾ ਕਿ ਅਸੀਂ ਪੁੱਛ ਹੀ ਲੈਂਦੇ ਆ। ਜਦੋਂ ਡਿਸੀਜਨ ਉਹਨਾਂ ਨੂੰ ਪੁੱਛ ਕੇ ਲਏ, ਹਰ ਇੱਕ ਵਿੱਚ ਸਫਲਤਾ ਮਿਲੀ। ਭੈਣੋ ਤੇ ਭਰਾਵੋ, ਇੱਥੇ ਮੈਂ ਪਾਸਟਰ ਜੀ ਦੀ ਵਡਿਆਈ ਨਹੀਂ ਕਰਦੀ, ਉਸ ਪਰਮੇਸ਼ਰ ਦੇ ਇਸ ਵਚਨ ਦੀ ਵਡਿਆਈ ਕਰਦੀ। And then it says like people learn from their failures. We failed for 3 or 4 times, but whenever we ask for the pastor's counsel, we always succeed. ਤੁੱਛ ਨਾ ਜਾਣੀਏ ਪਰਮੇਸ਼ਰ ਦੇ ਲੋਕਾਂ ਨੂੰ। Do not think they are nothing. ਉਹ ਪਰਮੇਸ਼ਰ ਦੇ ਚੁਣੇ ਹੋਏ ਤੇ ਮੱਸਾ ਕੀਤੇ ਹੋਏ ਲੋਕ ਆ। They are his chosen ones. They are his anointed ones. ਤਾਂ ਹੀ ਪਰਮੇਸ਼ਰ ਨੇ ਕਿਹਾ ਕਿ ਮੇਰੇ ਦਾਸ ਤੇ ਤੂੰ ਕੌਣ ਹੈ ਉਂਗਲ ਚੱਕਣ ਵਾਲਾ। That's why Lord says, who are the one to judge my ਜਿੱਦਾਂ servant? ਪਤਾ ਲੱਗੀ ਜਾਂਦਾ, ਡਰ ਲੱਗਦਾ ਕਿਸੇ ਦੇ ਬਾਰੇ ਗੱਲ ਕਰਨੇ ਦੀ। And whenever we know the word, we are afraid to talk. ਡਰੀਏ ਪਰਮੇਸ਼ਰ ਤੋਂ, ਕਿਉਂਕਿ ਯਹੋਵਾ ਦਾ ਭੈ ਸਭ ਬੁਰਾਈਆਂ ਨੂੰ ਢੱਕ ਲੈਂਦਾ ਹੈ। And we should have a fear of Lord, because his fear hide our all mistakes. ਇਸ ਲਈ ਮੈਂ ਤੁਹਾਨੂੰ ਇਨਕਰੇਜ ਕਰਨਾ ਚਾਹੁੰਦੀ ਹਾਂ ਅੱਜ ਰਿਵਾਈਵਲ ਪੰਜਾਬੀ ਚਰਚ, That's why I want to encourage you, Bible ਸੰਗਤੀ ਨਾ ਛੱਡੋ। Do not leave the fellowship. ਇਹ ਸੰਗਤੀ ਦੇ ਵਿੱਚ ਆਪਾਂ ਬਹੁਤ ਕੁਝ ਸਿੱਖਦੇ ਹਾਂ। And we're gonna learn a lot from this fellowship. ਸੰਗਤੀ ਤੋਂ ਬਲ ਮਿਲਦਾ, ਤਾਕਤ ਮਿਲਦੀ। ਕਿੰਨੇ ਜਾਣੇ ਤਾਕਤ ਪ੍ਰਾਪਤ ਕਰਕੇ ਜਾਣਗੇ We ਅੱਜ? get strength from the fellowship. ਹਾਲੇਲੂਇਆ, ਪ੍ਰਭੂ ਦੀ ਵਡਿਆਈ ਹੋਵੇ। All praise belongs to Him. ਹੁਣ ਆਪਾਂ ਪਹਿਲਾ ਪੁਆਇੰਟ ਦੇਖਦੇ ਹਾਂ। Let's see the first point. ਇੱਥੇ ਮੈਂ ਤੁਹਾਨੂੰ ਇਨਕਰੇਜ ਕਰਨਾ ਚਾਹੁੰਦੀ ਹਾਂ ਕਿ ਪਲੀਜ਼ ਤੁਸੀਂ ਕਾਪੀ ਪੈਨ ਨਾਲ ਰੱਖਿਆ ਕਰੋ। And I want to request and encourage you, please bring your copies and ਚਾਹੇ YouTube ਤੇ ਵਚਨ ਆ ਜਾਂਦਾ, ਪਰ ਉਹ ਗੱਲ ਨਹੀਂ ਬਣਦੀ ਜਦੋਂ ਆਪਾਂ ਇੱਥੇ ਬਹਿ ਕੇ ਲਿਖਦੇ ਹਾਂ। doesn't matter if it is going to cast on the YouTube, but you should be here and you should be ਤੁਸੀਂ listening. ਮੇਰੇ ਘਰ ਦੇਖਿਓ, ਮੈਨੂੰ ਸਾਰੇ ਕਹਿੰਦੇ ਮੇਰੇ ਕੋਲ ਇੰਨੀਆਂ ਡਾਇਰੀਆਂ ਪਈਆਂ ਆ, ਸਾਰੇ ਪ੍ਰਚਾਰ ਲਿਖੇ ਹੋਏ ਆ, ਪਰ ਜਦੋਂ ਅਸੀਂ ਘਰ ਜਾ ਕੇ ਉਹਨੂੰ ਪੜ੍ਹਦੇ ਆ, ਉਦੋਂ ਪਰਮੇਸ਼ਰ ਸਾਡੇ ਤੇ ਖੋਲਦਾ ਆ, ਨਾ ਕਿ ਸੁਣਨ ਨਾਲ ਉਹ ਖੁੱਲਦਾ, ਜਿਹੜਾ ਪੜ੍ਹਨ ਨਾਲ ਖੁੱਲਦਾ ਆ। And if you write on all the preachings, Lord's going to open His will upon you, because you're going to read it as well when you go home. ਨੰਬਰ 1 ਪੁਆਇੰਟ, ਪਰਮਾਤਮਾ ਨਾਲ ਚੱਲੋ, ਪਰਮੇਸ਼ਰ ਨਾਲ ਚੱਲੋ। The first point is walk with God. ਜੇ ਤੁਸੀਂ ਅੱਜ ਪਰਮੇਸ਼ਰ ਦੀ ਯੋਜਨਾ ਨੂੰ ਜਾਣਨਾ ਚਾਹੁੰਦੇ ਆ, If you want to know Lord's plans, ਮੇਰੇ ਲਈ ਉਸ ਦੀ ਕੀ ਯੋਜਨਾ ਆ, that what His plans are for me, ਸਭ ਤੋਂ ਪਹਿਲਾਂ ਕੀ ਆ? ਪਰਮੇਸ਼ਰ ਦੇ ਨਾਲ ਰਿਸ਼ਤਾ ਬਣਾਉਣਾ। first of all, you will have to build a relationship with the Lord. ਨੰਬਰ 2,
Second number is, ਉਹਨੂੰ ਜਾਣਨ ਦੀ ਕੋਸ਼ਿਸ਼ ਕਰਨੀ ਆ and you should try to know ਵਚਨ 'ਚ Him ਸਮਾਂ ਬਿਤਾ ਕੇ ਕਿ ਦੁਆਵਾਂ ਕਰਕੇ by spending the time into the Word of God and by the prayers. ਵਚਨ ਪੜ੍ਹਨਾ ਤੇ ਦੁਆਵਾਂ ਕਰਨੀਆਂ Read the Word and do the prayers. ਜਿੱਥੇ ਵਚਨ ਲੱਗਦਾ ਤੁਹਾਨੂੰ ਛੂਹਦਾ ਆ ਤੁਹਾਨੂੰ ਲੱਗਦਾ ਮੇਰੇ ਲਈ ਉੱਥੇ ਹੀ ਦੁਆ ਕਰੋ And wherever you think that this word is for me, start praying from there. ਹਾਲੇਲੂਇਆ Hallelujah. ਫਿਰ ਬਾਈਬਲ ਸਟੱਡੀ ਜਾਂ ਫੈਲੋਸ਼ਿਪ ਦੇ ਵਿੱਚ ਆਪਾਂ ਜਦੋਂ ਹਰ ਇੱਕ 'ਚ ਇਨਵੋਲਵ ਹੁੰਨੇ ਆ And when we get involved into a Bible study or a fellowship, ਤੁਸੀਂ ਪਰਮੇਸ਼ਰ ਨਾਲ ਬਹੁਤ ਹੀ ਵਧੀਆ ਰਿਸ਼ਤਾ ਬਣਾ ਸਕਦੇ ਹੋ you can build a good relationship with the God. ਤੁਸੀਂ ਇਸ ਦੀ ਖੋਜ ਕਰਦੇ ਜਾਓ And you should try to seek for it ਬਿਨਾਂ ਸੋਚੇ ਸਮਝੇ without thinking. ਪਰਮੇਸ਼ਰ ਜ਼ਰੂਰ ਤੁਹਾਡੀ ਮਦਦ ਕਰੂਗਾ And Lord gonna help you for sure. Hallelujah. Hallelujah. ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਹਾਵਤਾਂ ਦਾ ਤੀਜੇ ਚੈਪਟਰ ਦਾ 5ਵਾਂ ਤੇ 6ਵਾਂ ਵਰਸ ਪੜ੍ਹਦੇ ਆ We're gonna read Proverbs 5 and 6, chapter 3. ਪਰਮੇਸ਼ਰ ਦਾ ਵਚਨ ਕਹਿੰਦਾ ਆ ਪ੍ਰਭੂ ਉੱਤੇ ਵਿਸ਼ਵਾਸ ਰੱਖ ਅਤੇ ਆਪਣੀ ਸਮਝ ਉੱਤੇ ਭਰੋਸਾ ਨਾ ਰੱਖ Lord's word says, trust in the Lord with all your heart and lean ਯਾਦ not ਰੱਖ on ਕੇ your own ਉਹ ਹਰ ਕੰਮ ਵਿੱਚ ਤੇਰੇ ਨਾਲ ਹੈ ਉਹ ਤੇਰੇ ਕੰਮ ਨੂੰ ਸਫਲ ਕਰੇਗਾ understanding. In all your ways acknowledge Him, and He shall direct your paths. ਹੁਣ ਕੀ ਕਰਨਾ ਆ ਭਰੋਸਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਸਾਡਾ And your faith should be firm. ਕਿਹਦੇ ਤੇ ਪ੍ਰਭੂ ਤੇ On whom? On the Lord. ਹਾਲੇਲੂਇਆ Hallelujah. ਆਪਣੀ ਸਮਝ ਤੇ ਭਰੋਸਾ ਨਹੀਂ ਕਰਨਾ You should not lean on your own understanding, ਕਿਉਂਕਿ ਅਸੀਂ ਕਮਜ਼ੋਰ ਆ because we are the weak. ਹਾਲੇਲੂਇਆ ਜੀ ਨਾ ਪਤਾ ਲੱਗੇ ਭੈਣੋ ਤੇ ਭਰਾਵੋ ਸਾਡੇ ਵਿੱਚੋਂ ਕਿਸੇ ਇੱਕ ਨੂੰ ਫੋਨ ਕਰ ਲਿਆ ਜਦੋਂ ਕਮਜ਼ੋਰੀ ਲੱਗੇ ਡਿਗਣਾ ਨਹੀਂ ਬੁੜਬੜਾਉਣਾ ਨਹੀਂ ਉਸੇ ਵੇਲੇ ਤੁਹਾਡੇ ਲਈ ਪ੍ਰਾਰਥਨਾ ਹੋਊਗੀ ਤੇ ਉਸੇ ਵੇਲੇ ਤੁਸੀਂ ਬਲ ਪ੍ਰਾਪਤ ਕਰੋਗੇ If you cannot understand something, or if you feel like you're gonna fall, just talk to the one of the leaders. ਇਹ ਮੈਂ You ਉਹੀ will ਸ਼ੇਅਰ get ਕਰ the ਰਹੀ ਹਾਂ understanding, and you will get the strength for ਇਹ ਮੈਂ sure. ਉਹੀ ਸ਼ੇਅਰ ਕਰ ਰਹੀ ਜੋ ਮੇਰੇ ਨਾਲ ਬੀਤਿਆ And I'm sharing this whatever has happened to me. ਜਦੋਂ ਮੈਨੂੰ ਪ੍ਰੋਬਲਮ ਹੁੰਦੀ ਸੀ ਕੋਈ ਮੈਂ ਆਂਟੀ ਜੀ ਨੂੰ ਫਟਾਫਟ ਫੋਨ ਕਰਕੇ ਤੇ ਰੋਣਾ ਧੋਣਾ ਸ਼ੁਰੂ ਕਰ ਦਿੰਦੀ ਸੀ ਨਵੀਂ ਨਵੀਂ Whenever I had any problem, I used to call Auntie Z and I start crying. ਕਈਆਂ ਨੂੰ ਬੁਰਾ ਲੱਗਦਾ ਹੋਊਗਾ ਜਦੋਂ ਅਸੀਂ ਇਦਾਂ ਕਰਦੇ ਆ ਪਰ ਆਂਟੀ ਜੀ ਨੇ ਕਹਿਣਾ ਕਿ ਬਸ ਸਿਸਟਰ ਜੀ ਆਪਾਂ ਦੁਆ ਕਰਦੇ ਆ And many of us might feel bad when we do these things, but Auntie Z always said, no, we're gonna pray for you, sister. ਕਈ ਵਾਰ ਜੀ ਕਰਦਾ ਕਿ ਬੋਲੀਏ ਕੋਈ ਸੁਣੇ ਪਰ ਫਜ਼ੂਲ ਦੀਆਂ ਚੀਜ਼ਾਂ ਨੂੰ ਜਦੋਂ ਕੋਈ ਰੋਕਦਾ ਆ ਤਾਂ ਸਮਝੋ ਗੁੱਡ ਫॉर ਯੂ And sometimes we feel like someone should hear us, but if someone asks you to stop somewhere, you should ਕਹਿੰਦਾ stop. ਆਪਣੀ ਸਮਝ ਤੇ ਭਰੋਸਾ ਨਾ ਰੱਖ ਉਹਦੇ ਤੇ ਵਿਸ਼ਵਾਸ ਕਰ And Lord's word says, do not lean on your ਹਰ own ਕੰਮ ਵਿੱਚ understanding. ਹਰ ਕੰਮ ਵਿੱਚ ਤੇਰੇ ਨਾਲ ਹਰ ਭਲੇ ਕੰਮ ਦੇ ਵਿੱਚ ਤੇਰੇ ਨਾਲ He ਗਲਤ is ਕੰਮਾਂ 'ਚ always with you. He is always with you. He is always with you. ਤੇ ਤੈਨੂੰ ਸਫਲ ਕਰੇਗਾ ਭਲੇ ਕੰਮ ਕਰਨੇ ਆ ਹਾਲੇਲੂਇਆ He will make you succeed. ਕਹਿੰਦਾ ਵਿਸ਼ਵਾਸ ਰੱਖ ਤੇ ਵਚਨ ਪੜ੍ਹ ਕੇ ਪ੍ਰਾਰਥਨਾ ਵਾਲਾ ਜੀਵਨ ਬਤੀਤ ਕਰੋ ਭੈਣੋ ਤੇ ਭਰਾਵੋ And His word says, have a faith and read the word and keep prayer as well. ਹੁਣ ਆਪਾਂ ਨੂੰ ਕਈ ਵਾਰੀ ਇਦਾਂ ਆਦਤ ਹੁੰਦੀ ਆ ਮੈਂ ਤਾਂ ਬਹੁਤ ਕਰਦੀ ਸੀ ਕਿ ਪਾਸਟਰ ਜੀ ਤੁਸੀਂ ਮੇਰੇ ਲਈ ਆਹ ਪ੍ਰੇਅਰ ਕਰ ਦਿਓ And sometimes we ask Pastor Ji, Pastor, Order. can you pray for me, please? We just ਕਿੰਨੇ keep ਜਾਣੇ ਇਦਾਂ on. ਕਰਦੇ ਆ ਵੀ ਆਪਣੇ ਚੋਂ How many of us do these things? ਅੱਜ ਕੱਲ ਤਾਂ ਬਹੁਤ ਘੱਟ ਕਰਦੇ ਬਹੁਤ ਐਜੂਕੇਟਡ ਹੋ ਗਏ ਸਾਰੇ ਪਰ ਮੈਂ ਇਦਾਂ ਕਰਦੀ ਸੀ ਕਿ ਪਾਸਟਰ ਜੀ ਆਹ ਪ੍ਰੇਅਰ ਚਾਹੀਦੀ ਆਹ ਕਰ ਦਿਓ And nowadays, people don't do these things because they are very educated. But like I used to do this, like Pastor Ji, can you please pray for me? ਭੈਣੋ ਦੇ ਭਰਾਵੋ ਮਿਹਨਤ ਕਰਨੀ ਪੈਣੀ ਆ Brothers and sisters, we have to do the hard work. ਪਤੀ ਨੂੰ ਅਲੱਗ ਤੇ ਪਤਨੀ ਨੂੰ ਅਲੱਗ It's a different for husband and different for wife. ਹਾਂ ਇੱਕ ਦੂਜੇ ਦੀ ਪ੍ਰੇਅਰ ਹੈਲਪ ਕਰੂਗੀ Yeah, prayer's gonna help each other, ਪਰ ਰਿਸ਼ਤਾ ਪਰਮੇਸ਼ਰ ਦੇ ਨਾਲ ਕਦੇ ਕੱਲੇ ਦਾ ਵਾ but our own relationship, it's our own relationship with the Lord. ਹਾਲੇਲੂਇਆ ਹਾਲੇਲੂਇਆ ਵਿਸ਼ਵਾਸ ਦੀ ਐਵਰੀਡੇ ਐਕਸਰਸਾਈਜ਼ ਕਰਨੀ ਆ ਹਰ ਰੋਜ਼ And we need to do the exercise for our faith every single ਕਿ ਉਹ day ਭਰੋਸੇਯੋਗ ਪਰਮੇਸ਼ਰ ਆ because He is the Lord, faithful Lord. ਸੰਗਤੀ ਕਰਨੀ ਦੁਆ ਕਰਨੀ ਤੇ ਬਚਨ ਪੜ੍ਹਨਾ We need to do the fellowship, we need to read the Bible, and we need to do the prayers as well. ਹਾਲੇਲੂਇਆ ਇਹਦੇ ਨਾਲ ਹੀ ਆਪਾਂ ਦੇਖਦੇ ਆ Now we're gonna see ਜਿੱਦਾਂ ਆਪਾਂ ਹੁਣ ਦੇਖਿਆ ਕਿ ਪਰਮੇਸ਼ਰ ਦੇ ਨਾਲ ਚੱਲਣਾ
We have seen the how to walk with the God. ਇਹਦੇ ਨਾਲ ਹੀ ਆਪਾਂ ਇੱਕ ਹੋਰ ਜੋੜਦੇ ਹਾਂ ਕਿ ਪਰਮੇਸ਼ਰ ਦੇ ਨਾਲ ਚੱਲਣ ਦੌਰਾਨ ਅਸੀਂ ਉਹਦੀ ਆਵਾਜ਼ ਨੂੰ ਵੀ ਸੁਣ ਸਕਦੇ ਹਾਂ। And when we walk with the God, we can also hear His voice as well. ਹਾਲੇਲੂਇਆ। Hallelujah. ਪ੍ਰੇਅਰ ਕਰਦੇ ਸਮੇਂ ਪਰਮੇਸ਼ਰ ਨੂੰ ਪੁੱਛੋ When you do prayers, ask the Lord, ਕਿ ਪ੍ਰਭੂ ਜੀ ਤੁਹਾਡੀ ਇੱਛਾ ਮੇਰੇ ਜੀਵਨ 'ਚ ਕੀ ਹੈ। Lord, what is your will into my life? ਮੈਨੂੰ ਰਾਹ ਦਿਖਾਓ। Please direct my paths. ਜੇ ਕੋਈ ਅਲਝਣ ਹੈ ਮੇਰੇ ਰਾਹ ਸਾਫ਼ ਕਰੋ। If I have any hurt ਮੇਰੀ or ਬੁੱਧ trouble, ਨੂੰ ਖੋਲੋ। please open with the wisdom. ਮੇਰੇ ਪਾਪ ਜੇ ਕੋਈ ਗਲਤੀ 'ਚ ਫਸੇ ਹੋ ਮਾਫ ਕਰੋ। Please forgive my sins. ਮੇਰੀ ਕਮਜ਼ੋਰੀ ਨੂੰ ਮੇਰੇ ਤੋਂ ਦੂਰ ਕਰੋ Please take away my ਤਾਂ ਜੋ ਮੈਂ weaknesses, ਪ੍ਰਭੂ ਜੀ ਤੇਰੀ ਹਜ਼ੂਰੀ 'ਚ ਜਾ ਸਕਾਂ। so that I can go into your presence, O Lord. ਆਪਣੇ ਮਨ ਨੂੰ ਹਰ ਰੋਜ਼ ਤਿਆਰ ਕਰਨਾ ਉਹਦੀ ਹਜ਼ੂਰੀ 'ਚ। Make your mind and hearts ready for Him every single day. ਆਪਣੀਆਂ ਕਮਜ਼ੋਰੀਆਂ ਉਹਨੂੰ ਦੇਣੀਆਂ ਤੇ ਉਹਦਾ ਜ਼ੋਰ ਉਹਦੇ ਤੋਂ ਮੰਗਣਾ ਹੈ। Surrender your weaknesses to Him and ask for His strength. ਹਾਲੇਲੂਇਆ। Hallelujah. ਜਦੋਂ ਅਸੀਂ ਬਚਨ ਕਹਿੰਦਾ ਪੌਲੁਸ ਕਹਿੰਦਾ ਜਦੋਂ ਮੈਂ ਕਮਜ਼ੋਰ ਹੁੰਦਾ ਆ ਉਦੋਂ ਹੀ ਮੈਂ ਜ਼ੋਰਾਵਰ। Paul says, whenever I am weak, I am strong at that ਕਦੀ time. ਆਪਣੇ ਆਪ ਨੂੰ ਲੋੜ ਤੋਂ ਅਧਿਕ ਨਾ ਸਮਝੀਏ Never think about yourself that you are something. ਕਿ ਪਰਮੇਸ਼ਰ ਨੂੰ ਪੁੱਛੋ ਕਿ ਪਰਮੇਸ਼ਰ ਤੂੰ ਮੈਨੂੰ ਕਿਸ ਲਈ ਚੁਣਿਆ ਆ। Ask Lord, Lord, what have you ਇੱਕ done? ਇੱਕ ਨੂੰ ਪਰਮੇਸ਼ਰ ਨੇ ਚੁਣਿਆ ਆ। ਇਹ ਨਾ ਬੋਲੋ ਕਿ ਮੈਂ ਸਿਆਣਾ ਆ ਜਾਂ ਮੈਂ ਕਿੱਦਾਂ ਆ। ਹਰ ਇੱਕ ਨੂੰ ਪਰਮੇਸ਼ਰ ਨੇ ਚੁਣਿਆ ਆਪਣੀ ਮਹਿਮਾ ਦੇ ਵਾਸਤੇ। Everyone is chosen one, and He has chosen us for His glory. Amen. ਹਾਲੇਲੂਇਆ। ਤੇ ਇਹ ਤਿਆਰ ਰਹਿਣਾ ਉਸ ਵੇਲੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਲਈ ਜਦੋਂ ਦੁਆਵਾਂ ਕਰਨੀਆਂ ਤੇ ਵਚਨ ਪੜ੍ਹਨਾ ਹੈ। And you should be ready all the time whenever to hear His voice whenever you read the Word of God. or ਮਨ ਸਾਫ਼ ਹੋ ਗਿਆ? Be ready. If your ਮਨ- heart is clean, ਪਹਿਲਾਂ ਮਨ ਸਾਫ਼ ਕਰਨਾ, ਪਾਪਾਂ ਦੀ ਮਾਫੀ ਮੰਗਣੀ, ਦੂਜਿਆਂ ਨੂੰ ਮਾਫ ਕਰਨਾ, ਹੰਬਲ ਹੋਣਾ ਤੇ ਪਰਮੇਸ਼ਰ ਦੇ ਅੱਗੇ ਅਰਜ਼ੋਈਆਂ ਕਰਨੀਆਂ। you need ਹਾਲੇਲੂਇਆ। to clean your heart. You need to ask for forgiveness for your sins. Then you're gonna forgive others. You need to be humble as well. ਤੇ Then you will ਵਿਸ਼ਵਾਸ ਦੇ ਵਿੱਚ ਐਕਟ ਕਰਨਾ ਆ and you need to act in the faith ਕਿ ਹੁਣ ਮੈਂ ਬੈਠਾ ਆ ਤੇ ਪਰਮੇਸ਼ਰ ਮੇਰੇ ਨਾਲ ਜ਼ਰੂਰ ਗੱਲ ਕਰੂਗਾ that I am sitting in the presence of Lord and He is gonna talk to me ਕਿਉਂਕਿ ਉਹ ਕਰਦਾ ਹੈ। because He does these ਉਹ ਕਹਿੰਦਾ things. ਮੇਰੀ ਆਵਾਜ਼ ਨੂੰ ਸੁਣੋ। ਕਹਿੰਦਾ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਕਿਉਂਕਿ ਉਹ ਬੋਲਦਾ ਆ। And He said, listen to me and do not make your heart hard because He heard us. He hear us. ਭੈਣੋ ਤੇ ਭਰਾਵੋ ਜਦੋਂ ਮੈਂ ਗਹਿਰਾਈ 'ਚ ਕਈ ਵਾਰੀ ਆਤਮਾ ਨਾਲ ਭਰ ਜਾਵਾਂ ਤਾਂ ਪਰਮੇਸ਼ਰ ਮੈਨੂੰ ਸੁਣਨ ਲਈ ਮਜਬੂਰ ਕਰ ਦਿੰਦਾ ਹੈ। And brothers and sisters, when I feel with the Lord's Spirit, when I go deep and down, He uses me. ਪਿਛਲੇ ਕਈ ਦਿਨਾਂ ਤੋਂ ਮਨ ਪਰੇਸ਼ਾਨ ਸੀ। ਪਰਮੇਸ਼ਰ ਨੇ ਇੰਨਾ ਦੀਨ ਕੀਤਾ, ਇੰਨਾ ਹੰਬਲ ਕੀਤਾ। ਇੱਕ ਸ਼ੀਸ਼ਾ ਦਿਖਾਇਆ। ਜਦੋਂ ਸ਼ੀਸ਼ਾ ਦੇਖਦੇ ਤਾਂ ਸਭ ਤੋਂ ਵੱਡੀ ਜ਼ਿਆਦਾ ਕਮੀਆਂ ਤੁਹਾਡੇ ਵਿੱਚ ਹੁੰਦੀਆਂ ਆ। ਉਹਦੀ ਆਤਮਾ ਦਾ ਚੀਜ਼ ਹੈ। And from the past few days, I was in trouble. I wasn't feeling well, but Lord showed me His mirror. He told me that what weaknesses I have. ਪਰਮੇਸ਼ਰ ਦਾ ਵਚਨ ਸ਼ੀਸ਼ਾ ਆ। ਇਹ ਸਾਨੂੰ ਸਾਡਾ ਚਿਹਰਾ ਦਿਖਾਉਂਦਾ ਆ। ਆਪਣੀਆਂ ਕਮੀਆਂ ਨੂੰ ਲੱਭੀਏ। And Lord's word is our mirror. He show us our weaknesses, and we should find for it. ਜਦੋਂ ਉਹਦੀ ਆਵਾਜ਼ ਨੂੰ ਸੁਣਦੇ ਹਜ਼ੂਰੀ 'ਚ ਬਹਿ ਕੇ ਤੇ ਇਹ ਸਮਾਂ ਜਿਹੜਾ ਆ ਬਹੁਤ ਸ਼ਾਨਦਾਰ ਸਮਾਂ ਹੈ। And when ਬਹੁਤ ਆਨੰਦਿਤ ਸਮਾਂ ਹੈ। we sit in His presence and we listen to His voice, it becomes a wonderful time. ਤੁਸੀਂ ਆਨੰਦ ਨਾਲ ਭਰ ਜਾਓਗੇ। You will fill with that enjoyment. ਜਦੋਂ ਪਰਮੇਸ਼ਰ ਬੋਲੂਗਾ When Lord gonna talk, ਮਨ ਵਿੱਚ ਸੋਚਾਂ ਆਉਣਗੀਆਂ। you would have the thoughts in your mind. ਵਚਨਾਂ ਵਿੱਚੋਂ ਪਰਮੇਸ਼ਰ ਬੋਲੇਗਾ Lord will talk from the word. ਤੇ ਤੁਸੀਂ ਆਪਣੀ ਡਾਇਰੀ ਜਿਹੜੀ ਉਹਦੇ ਤੇ ਉਹ ਲਿਖਣਾ ਸ਼ੁਰੂ ਕਰ ਦੇਣਾ ਹੈ And you ਕਿ should ਪਰਮੇਸ਼ਰ start ਕੀ ਚਾਹੁੰਦਾ ਹੈ। And you should start write down what Lord wants. ਜਿਸ ਤਰ੍ਹਾਂ ਜੋਇਲ ਨਬੀ ਦੀ ਕਿਤਾਬ ਦੇ ਵਿੱਚ ਲਿਖਿਆ ਜੋ ਬੱਚਿਆਂ ਨੇ ਅੱਜ ਵਰਸ ਪੜ੍ਹਿਆ ਸੀ। As kids read the word from the book of Joel, ਜਦੋਂ ਪਰਮੇਸ਼ਰ ਦਾ ਆਤਮਾ ਤੁਹਾਡੇ ਉੱਤੇ ਉਤਰੇਗਾ when Lord's Spirit gonna come upon you, ਮੈਂ ਆਪਣੀ ਆਤਮਾ ਸਭ ਮਨੁੱਖਾਂ ਉੱਤੇ ਢੇਲਾਂਗਾ। He said He will pour out His Spirit on everyone. ਫਿਰ ਤੁਹਾਡੇ ਪੁੱਤਰ ਤੇ ਪੁੱਤਰੀਆਂ ਅਗੰਮੀ ਵਾਕ ਕਰਨਗੇ। Then your kids and your daughters and sons gonna do prophesying. ਜਵਾਨ ਦਰਸ਼ਨ ਦੇਖਣਗੇ ਅਤੇ ਬਜ਼ੁਰਗ ਸੁਪਨੇ ਦੇਖਣਗੇ। Young gonna see the visions and elders gonna see the dreams. ਕਦੋਂ ਦੇਖਣਗੇ? ਜਦੋਂ ਪਰਮੇਸ਼ਰ ਦਾ ਆਤਮਾ ਕਹਿੰਦਾ ਮੈਂ ਆਪਣਾ ਆਤਮਾ ਢੇਲਾਂਗਾ। ਮਤਲਬ ਉਹ ਢੇਲਦਾ ਹੈ ਆਪਣੀ ਆਤਮਾ ਨੂੰ। And when this gonna happen, the Lord says, when I'm gonna pour out my Spirit, all these things will happen.
ਫਿਰ ਪਰਮੇਸ਼ਰ ਦਿਖਾਵੇਗਾ ਕਿ ਉਸ ਦੀ ਇੱਛਾ ਤੁਹਾਡੇ ਲਈ ਕੀ ਆ। And then Lord gonna show us what His will is for us. ਪਰਮੇਸ਼ਰ ਜੀਵਨ ਬਦਲਣ ਵਾਲਾ ਪਰਮੇਸ਼ਰ ਹੈ। He is the Lord who changes the lives. ਹਾਲੇਲੂਇਆ। ਇਹੀ ਸਮਾਂ ਹੁੰਦਾ ਸਾਡੇ ਜੀਵਨ 'ਚ ਬਦਲਾਅ ਦਾ। And this is the time into our lives to change. ਕੀ ਤੁਸੀਂ ਐਕਸਪੀਰੀਅੰਸ ਕੀਤਾ ਹੈ ਇਸ ਮੂਮੈਂਟ ਨੂੰ? Have you ever experienced it? ਜੇ ਨਹੀਂ ਕੀਤਾ ਤਾਂ ਤਿਆਰ ਹੋ ਜਾਓ, ਕਰਨਾ ਸ਼ੁਰੂ ਕਰੋ। And if you haven't yet, be ready and try to experience it. ਪਰਮੇਸ਼ਰ ਦਾ ਵਚਨ ਕਹਿੰਦਾ ਯੋਹੰਨਾ 10:27 ਦੇ ਵਿੱਚ, In John 10:27, ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ, ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਚੱਲਦੀਆਂ ਹਨ। ਕਿਹਦੀਆਂ ਭੇਡਾਂ ਆ ਆਪਾਂ? ਪਰਮੇਸ਼ਰ ਦੀਆਂ। ਤੇ ਉਹ ਭੇਡਾਂ ਕੀ ਕਰਦੀਆਂ? ਉਹਦੀ ਆਵਾਜ਼ ਨੂੰ ਸੁਣਦੀਆਂ, ਸੁਣ ਕੇ ਕੀ ਕਰਦੀਆਂ? ਉਹਦੇ ਪਿੱਛੇ ਚੱਲਦੀਆਂ। ਹਾਲੇਲੂਇਆ। in the word John 10:27, it says, "My sheep hear my voice, and I know them, and they follow me." We are His sheep, and we gonna hear His voice, and we gonna follow Him. ਪਰਮੇਸ਼ਰ ਆਤਮਾ ਆ, ਆਤਮਾ ਦੀ ਅਗਵਾਈ ਵਿੱਚ ਜੀਵਨ ਬਤੀਤ ਕਰੋ। And God is the Spirit, and spend your life into His leading. ਇਹੀ ਪਰਮੇਸ਼ਰ ਅੱਜ ਸਾਨੂੰ ਦੱਸਣਾ ਚਾਹੁੰਦਾ ਆ। This is what Lord wants to tell us today. ਕੋਈ ਲੋੜ ਨਹੀਂ ਸੀ ਪ੍ਰਭੂ ਯਿਸੂ ਮਸੀਹ ਨੂੰ ਇੱਥੋਂ ਜਾ ਕੇ ਤੇ ਆਪਣਾ ਪਿਤਾ ਕੋਲੋਂ ਆਤਮਾ ਭੇਜਣ ਦੀ, ਜੇ ਅਸੀਂ ਆਪ ਕਰ ਸਕਦੇ ਹੁੰਦੇ ਤਾਂ। Lord had no need to go from here and send His Spirit for us if we were able to do this all this by ਹੁਣ ourselves. ਆਪਾਂ ਨੰਬਰ 2 ਤੇ ਜਾਵਾਂਗੇ। Now we're gonna go to point 2. ਆਪਣੀ ਇੱਛਾ ਮਰਜ਼ੀ ਜੋ ਆ ਪਰਮੇਸ਼ਰ ਨੂੰ ਸੌਂਪ ਦਿਓ। Whatever your desire or will is, surrender it to Lord. ਹੁਣ ਤੁਸੀਂ ਦੱਸੋ ਕਿ ਤੁਸੀਂ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹੋ? And now you tell, do you believe on Lord? ਜੇ ਵਿਸ਼ਵਾਸ ਕਰਦੇ ਆ, ਜੇ ਤਾਂ ਸਾਡਾ ਰਿਸ਼ਤਾ ਵਧੀਆ ਪਰਮੇਸ਼ਰ ਦੇ ਨਾਲ ਆ, ਰਿਸ਼ਤਾ ਬਣਾਉਣਾ ਪਹਿਲਾਂ ਵਿਸ਼ਵਾਸ ਕਰਦੇ ਆ ਕਿ ਉਹ ਭਰੋਸੇਯੋਗ ਆ, ਕਰਦੇ ਆ ਆਪਾਂ ਸਾਰੇ। ਆਪਾਂ ਇਹਦੇ ਚ ਪ੍ਰੈਕਟੀਕਲ ਜਾਣਾ ਚਾਹੁੰਦੇ ਆ, ਇਹ ਕੋਈ ਗੱਲਾਂ ਬਾਤਾਂ ਨਹੀਂ ਆ। And if you have a faith and you have a good relationship with God, He is a faithful God. So we Hallelujah. need to be faithful as well. ਯੈਸ, ਅਸੀਂ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਆ ਕਿ Yes, ਉਹ we ਭਰੋਸੇਯੋਗ ਆ। He is a faithful God. ਹਾਲੇਲੂਇਆ। ਤੇ ਆਪਣੀ ਇੱਛਾ ਨੂੰ ਹੁਣ ਦੇ ਦਿਓ ਪਰਮੇਸ਼ਰ ਨੂੰ। Now surrender your will to the Lord. ਕਈ ਵਾਰ ਆਪਾਂ ਕਹਿੰਦੇ ਆ ਕਿ ਪਰਮੇਸ਼ਰ ਅਸੀਂ ਤੇਰੀ ਇੱਛਾ ਨੂੰ ਭਾਲਦੇ ਆ, ਪਰ ਸਾਡੀਆਂ ਆਪਣੀਆਂ ਇਛਾਵਾਂ ਜਿਹੜੀਆਂ ਫਲੈਸ਼ ਦੀਆਂ ਉਹ ਮੋਰੇ ਆ ਜਾਂਦੀਆਂ। And sometimes we say, Lord, we ask for your desires, but we put our desires before everything else. ਪਰ ਆਪਾਂ ਆ ਕੇ ਖੜੇ ਹੋ ਜਾਂਦੇ, ਅਸੀਂ ਕਹਿੰਦੇ ਪਰਮੇਸ਼ਰ ਮੇਰੀਆਂ ਇੱਛਾ ਆ ਤਾਂ ਤੂੰ ਇਹ ਕਰ ਦੇ। Then we come and stand in front of Lord. Lord, I'm going to pray for this. These are my desires. Please fulfill it. ਹੁਣ ਪ੍ਰਭੂ ਯਿਸੂ ਮਸੀਹ ਨੇ ਜਦੋਂ ਵੀ ਦੁਆ ਕੀਤੀ ਆ ਪਰਮੇਸ਼ਰ ਵੱਲੋਂ ਉੱਪਰ ਹੱਥ ਚੁੱਕ ਕੇ ਧੰਨਵਾਦ ਕਰਕੇ ਤੇ ਉਹਦੀ ਇੱਛਾ ਨੂੰ ਭਾਲਿਆ, ਪਿਤਾ ਜਾਨ ਦੇਣ ਲੱਗੇ ਵੀ ਕਿਹਾ ਜੇ ਤੇਰੀ ਇੱਛਾ ਤਾਂ ਇਦਾਂ ਹੀ ਹੋਵੇ। And now whenever Lord Jesus had prayed, He always gave thanks and He always asked for Lord's will. He said, Lord, your will should be fulfilled for me. ਆਪਣੇ ਆਪ ਨੂੰ ਦੀਨ ਕਰੋ, Let's humble yourself. ਵਿਸ਼ਵਾਸ ਦੇ ਵਿੱਚ ਆ ਕੇ ਪਰਮੇਸ਼ਰ ਦੇ ਸਾਹਮਣੇ ਗੋਡੀਆਂ ਲਾ ਦਿਓ। ਜੇ ਇੱਛਾ ਨਹੀਂ ਦੇ ਹੁੰਦੀ, ਰੋ ਰੋ ਕੇ ਦੇ ਦਿਓ ਉਹਨੂੰ। And kneel down in front of God into faith and surrender your desires to Him. ਉਹ ਆਪਣਾ ਰੱਬ ਆ, ਉਹ ਪਰਮੇਸ਼ਰ ਆ। He is our Lord. He is our God. Yes. ਹਾਲੇਲੂਇਆ। ਕੋਈ ਮਨੁੱਖ ਨਹੀਂ, ਉਹਦੇ ਮੋਰੇ ਝੁਕ ਜਾਓ। He is not a human being. ਉਹਨੇ ਆਪਣੇ ਪੁੱਤਰ ਦੀ ਜਾਨ ਤੱਕ ਦਾ ਸਰਫਾ ਨਾ ਕੀਤਾ ਸਾਨੂੰ ਬਚਾਉਣ ਵਾਸਤੇ। ਕੀ ਉਹ ਸਾਡੀਆਂ ਦੁਆਵਾਂ ਨੂੰ ਅੱਜ ਨਹੀਂ ਸੁਣੇਗਾ? And He had sacrificed His only Son for us, for to save us, for to give us salvation. ਕੀ ਕੁਛ ਨਹੀਂ ਕਰ ਸਕਦਾ? ਉਹ ਸਾਡੇ ਲਈ ਸਭ ਕੁਝ ਕਰ ਸਕਦਾ ਭੈਣ ਜੀ। And He can do everything for us. ਆਪਣੀਆਂ ਸਿਚੁਏਸ਼ਨਾਂ ਨੂੰ ਪਰਮੇਸ਼ਰ ਨੂੰ ਦਿੰਦੇ ਜਾਈਏ ਇਸ ਹਜ਼ੂਰੀ ਦੇ ਵਿੱਚ। ਹਾਲੇਲੂਇਆ। And your circumstances and your situations, you should surrender it to Lord. ਤੁਸੀਂ ਘਬਰਾਓ ਨਾ ਕਿ ਮੇਰੀ ਇੱਛਾ ਕੀ ਹੈ ਤਾਂ ਪਰਮੇਸ਼ਰ ਪਤਾ ਨਹੀਂ ਕੀ ਕਰੂਗਾ, ਕਿਉਂਕਿ ਪਿਤਾ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ, ਵਚਨ ਦੱਸਦਾ ਹੈ। And do not be nervous or afraid that I don't know if Lord's going to fulfill my desire, but He knows before you ask. ਜਦੋਂ ਆਪਾਂ ਪੈਦਾ ਨਹੀਂ ਸੀ ਹੋਏ, ਪਿਤਾ ਨੂੰ ਫਿਕਰ ਸੀ ਸਾਨੂੰ ਦੁੱਧ ਚਾਹੀਦਾ, ਉਹਨੇ ਸਾਡੀਆਂ ਮਾਂ ਦੀਆਂ ਛਾਤੀਆਂ 'ਚ ਦੁੱਧ ਪੈਦਾ ਕੀਤਾ ਆ। ਉਹ ਪਰਮੇਸ਼ਰ ਆ ਸਾਡਾ, ਸਾਨੂੰ ਕਿਸੇ ਚੀਜ਼ ਦੀ ਥੋੜ ਨਹੀਂ ਹੋਵੇਗੀ। And He made the arrangement for our to how we're gonna be feed before even we were born. He made the arrangement for milk for us too. ਕਈ ਵਾਰ ਜਲਦੀ ਨਾਲ ਦੁਆਵਾਂ ਨਹੀਂ ਸੁਣੀਆਂ ਜਾਂਦੀਆਂ। ਭਰੋਸਾ ਕਰੋ ਤੇ ਇੰਤਜ਼ਾਰ ਕਰੋ।
And sometimes the prayers takes time, but you should have a faith and you should wait for it. ਇਜ਼ਰਾਈਲ ਦਾ ਰਾਖਾ ਨਾ ਕਦੀ ਸੌਂਦਾ ਤੇ ਨਾ ਕਦੀ ਉਂਘਦਾ ਆ, ਹਮੇਸ਼ਾ ਜਾਗਦਾ ਰਹਿੰਦਾ ਤੇ ਉਹਦੇ ਕੰਨ ਤੁਹਾਡੀਆਂ ਪ੍ਰਾਰਥਨਾਵਾਂ ਤੇ ਲੱਗੇ ਰਹਿੰਦੇ ਆ। ਹਾਲੇਲੂਇਆ। And Israel's God never sleep or never doze. His eyes are always on your prayers. ਬਣੇ ਰਹੋ, ਉਡੀਕ ਕਰੋ। ਜਦੋਂ ਉਡੀਕ ਵਾਲਾ ਟਾਈਮ ਹੋਵੇ ਤਾਂ ਵੈਸਟ ਇਜ਼ ਕਮਿੰਗ। And be for Lord, and He is going to do it at the right time. ਰੋਮਨ 12 ਦਾ 1 ਤੇ 2 ਪੜਾਂਗੇ ਵਰਸ। We're going to read Romans 12, 1 and 2. ਇਸ ਲਈ ਮੇਰੇ ਭਰਾਵੋ, ਪਰਮੇਸ਼ਰ ਦੀਆਂ ਅਣਗਿਣਤ ਮੇਰਾਂ ਨੂੰ ਯਾਦ ਕਰਵਾਉਂਦਿਆਂ ਹੋਇਆਂ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਆਪਣੇ ਆਪ ਨੂੰ ਜਿੰਦਾ, ਪਵਿੱਤਰ ਅਤੇ ਮੰਨਣਯੋਗ ਕੁਰਬਾਨੀ ਦੇ ਰੂਪ ਵਿੱਚ ਪਰਮੇਸ਼ਰ ਦੇ ਸਾਹਮਣੇ ਚੜਾਓ। ਜਿੰਦਾ, ਪਵਿੱਤਰ ਅਤੇ ਮੰਨਣਯੋਗ। ਕਿੰਨੇ ਜਾਣੇ ਤਿਆਰ ਆ? ਇਹ ਕੁਰਬਾਨੀ ਦੀ ਮੰਗ ਕਰਦਾ ਪਰਮੇਸ਼ਰ। ਜਿੰਦਾ, ਪਵਿੱਤਰ। ਕਹਿੰਦਾ ਮੈਂ ਪਵਿੱਤਰ ਆ, ਤੁਸੀਂ ਪਵਿੱਤਰ ਬਣੋ। ਇਹ ਮੰਗ ਕਰਦਾ ਅੱਜ ਪਰਮੇਸ਼ਰ। I beseech you, therefore, brethren, by the mercies of God, that you present your bodies a living sacrifice, holy, acceptable to God, which is your reasonable service. ਪਰਮੇਸ਼ਰ ਅੱਗੇ ਕਹਿੰਦਾ ਆ, ਇਹੀ ਉਸ ਦੀ ਆਰਾਧਨਾ ਦਾ ਅਸਲੀ ਨੇਮ ਆ। ਇਹ ਆਰਾਧਨਾ ਆ ਉਹਦੀ, ਕੱਲੀ ਵਰਸ਼ਿਪ ਨਹੀਂ, ਜਿੰਦਾ, ਪਵਿੱਤਰ ਤੇ ਮੰਨਣਯੋਗ। ਇਹ ਉਹਦੀ ਆਰਾਧਨਾ ਦਾ ਅਸਲੀ ਨੇਮ ਆ। And it is the name of His worship, living God, holy and acceptable. ਮੈਂ ਥੋੜਾ ਜਿਹਾ ਪੁਰਾਣੀ ਬਾਈਬਲ ਦਾ ਵੀ ਵਰਸ ਲਿਖਿਆ, ਉਹਦੇ ਚੋਂ ਪੜ੍ਹਦੀ ਆ। ਕਹਿੰਦਾ ਹੇ ਮੇਰੇ ਭਰਾਵੋ, ਮੈਂ ਪਰਮੇਸ਼ਰ ਦੀਆਂ ਅਣਗਿਣਤ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜਿਉਂਦਾ, ਪਵਿੱਤਰ ਅਤੇ ਪਰਮੇਸ਼ਰ ਨੂੰ ਭਾਉਂਦਾ ਬਲੀਦਾਨ ਕਰੋ। ਭਾਉਂਦਾ। ਹਾਲੇਲੂਇਆ। ਇਹ ਤੁਹਾਡੀ ਰੂਹਾਨੀ ਬੰਦਗੀ ਹੈ ਕਹਿੰਦਾ, ਅਤੇ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ। ਆਪਣੀ ਬੁੱਧ ਤੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ, ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ਰ ਦੀ ਚੰਗੀ ਅਤੇ ਮਨ ਭਾਉਂਦੀ ਪੂਰੀ ਇੱਛਾ ਕੀ ਹੈ। ਹਾਲੇਲੂਇਆ। And do not be conformed to this world, but be transformed by the renewing of your mind, that you may prove what is the good and acceptable and perfect will of God. Amen. ਹੁਣ ਪਰਮੇਸ਼ਰ ਇੱਥੇ ਕੀ ਕਹਿੰਦਾ ਵੀ ਦੇਹੀਆਂ ਨੂੰ, ਸਰੀਰਾਂ ਦੀ ਪਵਿੱਤਰਤਾ ਹੀ ਮੰਗਦਾ ਇੱਥੇ ਪਰਮੇਸ਼ਰ ਸਾਡੇ ਤੋਂ। And Lord asks for holiness of our bodies here. ਦੇਹੀਆਂ ਦੀ ਪਵਿੱਤਰਤਾ ਹੀ ਮੰਗਦਾ ਪਰਮੇਸ਼ਰ। And He asks for the holiness of our bodies. ਪਰਮੇਸ਼ਰ ਨੂੰ ਮਨ ਭਾਉਂਦਾ ਸਾਡਾ ਸਰੀਰ ਪਵਿੱਤਰ ਹੈ। And He likes if we are holy. ਇਹ ਕਹਿੰਦਾ ਤੁਹਾਡੀ ਰੂਹਾਨੀ ਬੰਦਗੀ ਆ ਇਹ, ਜਦੋਂ ਅਸੀਂ ਪਵਿੱਤਰਤਾ ਦੇ ਵਿੱਚ ਪਰਮੇਸ਼ਰ ਦੇ ਅੱਗੇ ਜਾਂਦੇ ਹਾਂ। And if you come into Lord's presence, be holy, and this is the ਦੁਨੀਆ spiritual ਬਾਹਰ worship. ਬਹੁਤ ਕੁਝ ਕਰਦੀ ਆ, ਕਹਿੰਦਾ ਇਸ ਯੁੱਗ ਦੇ ਰੂਪ ਜਿਹੇ ਨਾ ਬਣੋ, ਕਿਉਂਕਿ ਅਸੀਂ ਦੁਨੀਆ ਦੇ ਨਹੀਂ, ਹੁਣ ਅਸੀਂ ਅਲੱਗ ਕੀਤੇ ਗਏ ਆ। And people do many things in the outside world, but Lord says, do not be like the others, because you are the chosen ones. ਕਹਿੰਦਾ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ। ਕਿਹੜਾ ਸਰੂਪ ਆ? ਮਸੀਹ ਜਿਹਾ ਮਨ ਹੁਣ ਆਪਣਾ ਚਾਹੀਦਾ ਆ, ਬਚਨਾਂ ਵਾਲਾ, ਆਤਮਾ ਵਾਲਾ, ਦਰਦ ਵਾਲਾ, ਦਇਆ ਵਾਲਾ, ਭਰੋਸੇ ਵਾਲਾ, ਪਿਆਰ ਵਾਲਾ। And He asks us to renew our mind and to transfer our bodies and mind according to Holy Spirit's fruits. We should be humble, we should be faithful, and we should be credible too. ਜਦੋਂ ਆਪਾਂ ਮਾਪੇ ਤੋਂ ਜਨਮ ਲਿਆ ਸੀ ਤਾਂ ਸਾਡੇ ਮਾਪੇ ਆਪਣੇ ਮੁੰਡਿਆਂ ਲਈ ਤਾਂ ਲੱਡੂ ਉਹਨਾਂ ਜ਼ਮਾਨੇ 'ਚ ਵੰਡੇ ਹੋਣੇ, ਪਰ ਸਾਡੇ ਲਈ ਤਾਂ ਰੋਏ ਸੀ। And when we were born, all the girls, our parents were cried for us. They weren't happy for us. ਮੇਰੇ ਹੋਈ ਤੇ ਤਾਂ ਬਹੁਤ ਰੋਏ ਮੇਰੇ ਘਰ ਦੇ। ਦੇਖੋ ਮੈਨੂੰ ਪਰਮੇਸ਼ਰ ਨੇ ਕਿੱਥੇ ਖੜੀ ਕੀਤਾ ਆ। I am blessed child of God. ਉਹਨੇ ਮੈਨੂੰ ਸ਼ੁਰੂ ਤੋਂ ਚੁਣਿਆ ਹੈ। We are the blessed child of Him. ਰਾਜਿਆਂ ਦਾ ਰਾਜਾ ਮੇਰਾ ਪਿਤਾ ਆ। ਹਾਲੇਲੂਇਆ। Our Lord is King of Kings. ਪ੍ਰਭੂਆਂ ਦਾ ਪ੍ਰਭੂ ਸਾਡਾ ਪਿਤਾ ਆ। ਸਰਵ ਸ਼ਕਤੀਮਾਨ ਪਰਮੇਸ਼ਰ ਸਾਡਾ ਪਿਤਾ। He is the powerful. ਜੋ ਸਾਡੇ ਨਾਲ ਆ, ਜੋ ਸਾਨੂੰ ਕਦੀ ਇਕੱਲਿਆਂ ਨਹੀਂ ਛੱਡਦਾ। He is always with us. He never forsake us. ਹਾਲੇਲੂਇਆ। ਜੋ ਸਾਨੂੰ ਆਪਣੇ ਭਰਾ ਭੈਣਾਂ ਕਹਿੰਦਾ ਆ। He calls us His brothers and sisters. ਦੁਨੀਆ 'ਚ ਮਾਂ-ਬਾਪ ਤੋਂ ਜਨਮੇ ਤਾਂ ਸੰਸਾਰਕ ਸੀਗੇ ਆਪਾਂ।
And when we were born, we were like worldly people. ਉਦੋਂ ਉਹਨਾਂ ਦੀ ਸਿੱਖਿਆ ਤੇ ਚੱਲਦੇ ਸੀ। ਕਈ ਵਾਰੀ ਕਹਿਣਾ ਕਿ ਡੈਡੀ ਨੂੰ ਨਹੀਂ ਦੱਸਣਾ, ਆਪ ਉਹਨੂੰ ਨਹੀਂ ਦੱਸਣਾ, ਅਸੀਂ ਉਹੀ ਕੁਝ ਕਰਦੇ ਸੀ। And we used to act by their teachings, whatever they used to say. ਹੁਣ ਪਰਮੇਸ਼ਰ ਤੋਂ ਜਦੋਂ ਦੇ ਜਨਮੇ ਆ ਤਾਂ ਧਰਤੀ ਤੇ ਤਾਂ ਕੀ ਸਵਰਗ ਦੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ। Because now we are reborn, we are born again into the Lord, and we had a celebration into the kingdom for us, for our birth. ਐਵੇਂ ਨਾ ਲਾਸ ਹੋਇਆ ਕਰੋ, ਹੀਰੇ ਆ ਹੀਰੇ ਪਰਮੇਸ਼ਰ ਦੇ। We are his diamond stones, do not be sad. We are blessed child of Lord Jesus Christ. ਅਸੀਂ ਉਹਦੇ ਧੰਨ ਧੰਨ ਪੁੱਤਰ ਪੁੱਤਰੀਆਂ ਪੁੱਤਰ ਆ। ਪਰਮੇਸ਼ਰ ਨੇ ਸਾਨੂੰ ਧੰਨ ਧੰਨ ਕਿਹਾ। ਹੁਣ ਵਿਸ਼ਵਾਸ ਤੋਂ ਬਾਅਦ ਅਸੀਂ ਹਾਲੇਲੂਇਆ ਅਸੀਂ ਆਤਮਕ ਹੋ ਗਏ ਆ। ਪਰਮੇਸ਼ਰ ਦੀ ਇੱਛਾ ਕੀ ਆ? ਪਰਮੇਸ਼ਰ ਨੇ ਆਪਣਾ ਪੁੱਤਰ ਦੇ ਕੇ, ਉਹਦੀ ਜਾਨ ਦੇ ਕੇ ਸਾਡੇ ਨਾਲ ਇੰਨਾ ਪਿਆਰ ਕੀਤਾ ਕਿ ਸਾਨੂੰ ਬਚਾ ਸਕੇ। ਆਪਣਾ ਇਕਲੌਤਾ ਪੁੱਤਰ ਕੁਰਬਾਨ ਕਰ ਦਿੱਤਾ ਕਿ ਉਹਦੇ ਤੇ ਵਿਸ਼ਵਾਸ ਕਰਕੇ ਅਸੀਂ ਹਮੇਸ਼ਾ ਦਾ ਜੀਵਨ ਪ੍ਰਾਪਤ ਕਰੀਏ। ਉਹਨੇ ਸਾਨੂੰ ਕੱਢ ਲਿਆ ਉਸ ਸਰੀਰ ਤੋਂ। Because now we are the spiritual people, Lord has sacrificed His only begotten Son for us, so that we should be saved, we should get salvation, and we should receive everlasting life. ਪ੍ਰਭੂ ਯਿਸੂ ਮਰੇ ਤਾਂ ਕਿ ਤੁਸੀਂ ਤੇ ਮੈਂ ਜੀਏ। ਇੱਕ ਵਾਰ ਜ਼ੋਰਦਾਰ ਤਾੜੀਆਂ ਯਿਸੂ ਮਸੀਹ ਦੇ ਨਾਮ ਤੇ। ਉਹ ਕਦੋਂ ਹੁੰਦਾ ਆ? ਜਦੋਂ ਅਸੀਂ ਆਪਣਾ ਆਪ ਸਮਰਪਣ ਕਰ ਦਿੰਦੇ ਆ ਉਹਨੂੰ। And when this gonna take place, when we gonna surrender ourselves to Him. ਜਦੋਂ ਅਸੀਂ ਉਹਨੂੰ ਦੇ ਦਿੰਦੇ ਆ ਤਾਂ ਉੱਥੋਂ ਅਸਲੀ ਸਾਡੀ ਜ਼ਿੰਦਗੀ ਸ਼ੁਰੂ ਹੁੰਦੀ ਆ। And when we give our everything to Him, then our new life gonna start from there. ਹਾਲੇਲੂਇਆ। ਹੁਣ ਆਪਾਂ ਤੀਜੇ ਨੰਬਰ ਤੇ ਜਾਂਦੇ ਆ Now we're gonna go on to the third point. ਕਿ ਉਹਦੀਆਂ ਆਸ਼ਾਵਾਂ ਦੀ ਪਾਲਣਾ ਕਰੀਏ, ਜੋ ਆਪਾਂ ਜਾਣਦੇ ਆ ਕਿ ਪਰਮੇਸ਼ਰ ਦੀ ਇੱਛਾ ਕੀ ਹੈ ਸਾਡੀ ਜ਼ਿੰਦਗੀ 'ਚ। That we should follow His desires and we should know what His will into our lives. ਜਾਣਦੇ ਆ ਸਾਰੇ We all know ਕਿ ਪਰਮੇਸ਼ਰ ਨੇ ਸਾਨੂੰ ਚੁਣਿਆ ਆਪਣੇ ਵਾਸਤੇ, that Lord has chosen us for Himself. ਪਰ ਕਈ ਵਾਰੀ ਅਸੀਂ ਭੁੱਲ ਜਾਂਦੇ ਆ ਕਿ ਸਾਨੂੰ ਨਹੀਂ ਪਤਾ ਉਹਦੀ ਇੱਛਾ ਕੀ ਆ। But sometimes we just forget, we don't remember like what is His will for us. 99% ਕੀ 100% ਜੇ ਬਚਨ ਪੜ੍ਹਦੇ ਤਾਂ ਬਚਨ 'ਚ ਉਹਨੇ ਦੱਸਿਆ ਕਿ ਉਹਦੀ ਇੱਛਾ ਸਾਡੇ ਜੀਵਨ 'ਚ ਕੀ ਆ। And if you read the word of God, it is written in the word that what is His desire for us. ਬਚਨ ਸਾਫ਼ ਦੱਸਦਾ ਆ। ਪਰਮੇਸ਼ਰ ਦਾ ਵਚਨ ਕਹਿੰਦਾ ਮੈਂ ਪਵਿੱਤਰ ਆ, ਤੁਸੀਂ ਪਵਿੱਤਰ ਬਣੋ। And word says it clearly that I am holy and you should be holy. ਯਾਦ ਰੱਖੋ, ਜੇ ਇਸ ਵਚਨ ਨੂੰ ਪੂਰਾ ਨਹੀਂ ਕਰਦੇ ਤਾਂ ਅਗਲਾ ਚਾਬੀ ਲੌਕ ਹੀ ਆ, ਖੁੱਲਣੀ ਨਹੀਂ ਗੀ ਅਗਲੇ ਵਚਨ ਦੀ। And keep in mind, if you do not fulfill this word of God, you cannot open another lock. You cannot go on to the other ways. ਹੁਣ ਇੱਕ ਇੱਛਾ ਪਰਮੇਸ਼ਰ ਦੀ ਨਹੀਂ ਪੂਰੀ ਕੀਤੀ ਤੇ ਦੂਜੇ ਦੀ ਚਾਬੀ ਉਦੋਂ ਆਉਣੀ ਆ ਜਦੋਂ ਇੱਕ ਖੁੱਲਣੀ ਆ। And you cannot go further if you gonna fulfill God's word. ਫਿਰ ਉਹ ਦੂਜੀ ਪ੍ਰਗਟ ਕਰੂਗਾ। ਜੇ ਤੁਸੀਂ ਪਵਿੱਤਰ ਬਣੋਗੇ ਤਾਂ ਉਹ ਦੂਸਰੀ ਪ੍ਰਗਟ ਕਰੂਗਾ। And He is gonna reveal another will on you if you gonna fulfill His first will. ਦੂਸਰੀ ਕਿਹੜੀ ਆ ਪਰਮੇਸ਼ਰ ਦੀ? ਕਿ ਪਵਿੱਤਰਤਾਈ ਤੋਂ ਬਿਨਾ ਪਰਮੇਸ਼ਰ ਦੇ ਕੋਈ ਦਰਸ਼ਨ ਨਹੀਂ ਕਰ ਸਕਦਾ। And what is His another will? That we cannot see the Lord if we are not holy. ਚਾਹੁੰਦੇ ਆ ਆਪਾਂ ਸਾਰੇ ਜਣੇ ਉਹਦੇ ਦਰਸ਼ਨ ਕਰਨੇ, ਸ਼ਾਇਦ ਕਰਦੇ ਵੀ ਆ ਆਪਾਂ। And we all want to see Him, and some of us may see Him as well. ਜੇ ਪਹਿਲਾ ਨਹੀਂ ਪੂਰਾ ਕੀਤਾ ਤਾਂ ਦੂਜਾ ਕਿੱਥੋਂ ਆਊਗਾ? But if we haven't fulfilled His desire, ਇਸ ਤਰ੍ਹਾਂ ਜੇ ਤੁਸੀਂ ਇੱਕ ਵਚਨ ਪੜ੍ਹਦੇ ਆ ਉਹਦੇ ਤੇ ਐਕਟ ਕਰੋਗੇ ਤਾਂ ਦੂਸਰੇ ਵਚਨ ਅੱਗੇ ਖੁੱਲਣੇ ਸ਼ੁਰੂ ਹੋ ਜਾਓਗੇ ਪਰਮੇਸ਼ਰ ਦੇ ਪਲਾਨ ਦੇ ਮੁਤਾਬਕ। and if you read the word and you act on it, His plans gonna be revealed in your lives too. ਪਹਿਲਾ ਥੈਸਲਨੀਕੀਆਂ 4:3 ਵਰਸ ਪੜ੍ਹਦੇ ਆ। ਪਰਮੇਸ਼ਰ ਤੁਹਾਡੇ ਤੋਂ ਹਰ ਤਰ੍ਹਾਂ ਨਾਲ ਪਵਿੱਤਰ ਰਹਿਣ ਦੀ ਮੰਗ ਕਰਦਾ ਹੈ, ਇਸ ਲਈ ਤੁਸੀਂ ਵਿਚਾਰ ਤੋਂ ਬਚੋ। ਇੱਥੇ ਸਾਫ਼ ਕਿਹਾ ਗਿਆ ਆ। 1:4 ਤੁਹਾਡੇ ਵਿੱਚੋਂ ਹਰ ਕੋਈ ਆਪਣੇ ਸਰੀਰ ਤੇ ਕਾਬੂ ਪਾਉਣਾ ਸਿੱਖੇ। ਹਾਲੇਲੂਇਆ, ਹਾਲੇਲੂਇਆ। ਇਹ ਪਰਮੇਸ਼ਰ ਦਾ ਵਚਨ ਕਹਿੰਦਾ ਆ। ਕਿੱਦਾਂ ਸਾਡੇ ਸਰੀਰ ਤੇ ਕਾਬੂ ਪਾ ਸਕਦੇ ਅਸੀਂ ਜਿਨ੍ਹਾਂ ਕੋ ਰੂਹ ਦਾ ਬਪਤਿਸਮਾ ਆ? ਜਦੋਂ ਅਸੀਂ ਰੂਹ ਦੇ ਵਿੱਚ ਦੁਆਵਾਂ ਕਰਦੇ ਆ ਪਰਮੇਸ਼ਰ ਦੇ ਅੱਗੇ ਮਾਫੀ ਮੰਗ ਕੇ, ਤਾਂ ਇਹ ਪ੍ਰਾਰਥਨਾਵਾਂ ਜਿਹੜੀਆਂ ਸਾਡੇ ਸਰੀਰ ਨੂੰ ਕਮਜ਼ੋਰ ਕਰ ਦਿੰਦੀਆਂ ਤੇ ਸਾਡੀ ਆਤਮਾ ਨੂੰ ਤਕੜਾ ਕਰ ਦਿੰਦੀਆਂ।
हालेलुया। In Thessalonians 1, chapter 4, verse 3, it says, "For this is the will of God, your sanctification, that you should abstain from sexual immorality." हालेलुया हालेलुया। हुण आपां चौथे नंबर ते देखते हैं, परमेश्वर ने अनोखे ढंग नाल तुहानूं वाहे कीता बुणिया आ, अनोखे ढंग नाल। And now we're gonna see on number 4 that Lord has woven you differently. ते इन हालेलुया मतलब एक एक जाना आपां बहुत ही यूनिक ते अलग बनाए गए हैं। All of us are very unique and different from each of us. ते हर एक दा अलग अलग रोल आ परमेश्वर दे राज दे विच, ओहदे शरीर दे विच, ओहदे घर दे विच। And everyone has a different role into the Lord's house and into His kingdom. हालेलुया। एक खास रोल अदा करने वास्ते परमेश्वर ने इस कलीसिया दे विच तुहानूं चुनिया है। And Lord has chosen you to play a unique role into His church. ਤੁਸੀਂ ਇਹ ਨਾ ਸੋਚੋ ਕਿ ਇਹ ਕੰਮ ਮੈਂ ਨਹੀਂ ਦੂਜਾ ਕਰ ਦੂਗਾ, ਤੁਹਾਡਾ ਆਪਣਾ ਰੋਲ ਆ। And you shouldn't think that this is not my job, someone else is gonna do it. No, it is your job and you should do it. ਹੁਣ ਤੁਸੀਂ ਦੇਖੋ ਆਪਣੇ ਹੱਥ ਆ, ਹੱਥਾਂ ਵਾਲਾ ਕੰਮ ਪੈਰ ਨਹੀਂ ਕਰ ਸਕਦਾ। And now you see we have a hands, our feet cannot do what our hands do. ਅੱਖਾਂ ਦਾ ਕੰਮ ਕੰਨ ਨਹੀਂ ਕਰ ਸਕਦਾ। And our ears cannot do what our eyes do. ਨੱਕ ਦਾ ਕੰਮ ਮੂੰਹ ਨਹੀਂ ਕਰ ਸਕਦਾ। And our mouth cannot do whatever our ਆਪਾਂ nose ਸਾਰੇ ਪਰਮੇਸ਼ਰ ਦੀ ਬਾਡੀ ਦੇ ਪਾਰਟ ਆ ਇਸ ਚਰਚ ਦੇ। And we are all His organs. We are all His body parts. ਤੇ ਹੁਣ ਤੁਸੀਂ ਸੋਚੋ ਕਿ ਤੁਹਾਡਾ ਤੁਸੀਂ ਕਿਹੜੇ ਅੰਗ 'ਚ ਫਿੱਟ ਹੁੰਦੇ ਆ। And now you should think that where you fit into His body. ਉਹ ਕਿਸ ਤਰ੍ਹਾਂ ਹੁੰਦਾ ਹੈ? And how this happened. ਹਾਲੇਲੂਇਆ। Hallelujah. ਸਾਰੇ ਹੀ ਅੰਗ ਜਿਹੜੇ ਆ ਸਰੀਰ ਦੇ ਲਈ ਹੈਲਥੀ ਲੋੜੀਂਦੇ ਆ। And all our body parts are necessary for our ਹੁਣ body. ਜਿੱਦਾਂ ਸਾਡੇ ਮੀਨੂ ਦੇ ਸੱਟ ਲੱਗੀ ਤਾਂ ਉਹਦੀ ਬਾਹ ਕਮਜ਼ੋਰ ਨਾ ਹੋਣ ਨਾਲ ਉਹਦੇ ਕਿੰਨੇ ਕੰਮ ਰੁਕ ਗਏ ਆ। And as our sister Meenu is injured and she cannot do many tasks because of it. ਇਸੇ ਤਰ੍ਹਾਂ ਜਦੋਂ ਪਰਮੇਸ਼ਰ ਦੇ ਘਰ ਦੇ ਵਿੱਚ ਅਸੀਂ ਇਨਵੋਲਵ ਨਹੀਂ ਹੁੰਦੇ ਤਾਂ ਪਰਮੇਸ਼ਰ ਦਾ ਸਰੀਰ ਜੋੜ ਨਹੀਂ ਫੜਦਾ। And see, in the same way, if we are not involved into Lord's works, His presence will not come upon us. ਪਹਿਲੇ ਪਤਰਸ ਦੇ 4 ਦੇ 10 ਚ ਲਿਖਿਆ ਆ ਕਿ ਪਰਮੇਸ਼ਰ ਨੇ ਹਰ ਇੱਕ ਨੂੰ ਵੱਖ-ਵੱਖ ਦਾਤਾਂ ਦਿੱਤੀਆਂ ਆ। ਇਹਨਾਂ ਦੀ ਵਰਤੋਂ ਇੱਕ ਚੰਗੇ ਸੇਵਾਦਾਰ ਦੀ ਤਰ੍ਹਾਂ ਕਰੋ, ਜਿਸ ਤਰ੍ਹਾਂ ਕਿ ਪਰਮੇਸ਼ਰ ਦੀ ਕਿਰਪਾ ਦੁਆਰਾ ਮਿਲੀਆਂ ਦਾਤਾਂ ਦੀ। In Peter 1st chapter 4 verse 10 it says, "As each one has received a gift, minister it to one another as good stewards of the manifold grace of God." ਹੁਣ ਭੈਣੋ ਤੇ ਭਰਾਵੋ ਇੱਥੇ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਫਿਰ ਵੀ ਨਹੀਂ ਪਤਾ ਲੱਗਦਾ ਸ਼ਾਇਦ ਕਿ ਕਿਹੜੀਆਂ ਦਾਤਾਂ ਮੈਨੂੰ ਦਿੱਤੀਆਂ ਪਰਮੇਸ਼ਰ ਨੇ। And here we can see sometimes we don't know what the gift of God has given to us. ਹੁਣ ਮੈਂ ਐਗਜ਼ਾਮਪਲ ਮੇਰੇ ਸਾਹਮਣੇ ਖੜਾ ਹੈ, ਆਪਣੇ ਸਾਰਿਆਂ ਦੇ ਸਾਹਮਣੇ ਆ। ਥੋੜੇ ਟਾਈਮ ਤੋਂ ਆਪਾਂ ਜਿੰਦੀ ਗਵਾਹੀ ਦਿੰਦੇ ਆ ਪਰਮੇਸ਼ਰ ਦੀ ਇਸ ਚਰਚ ਦੇ ਵਿੱਚ। And from the past few days we are giving the testimony in the Lord's presence. ਮਹਿਮਾ ਪ੍ਰਭੂ ਦੀ ਆ। It is all ਇਸ ਬੱਚੀ ਦੇ ਮੈਂ ਦਿੰਨੀ ਐਗਜ਼ਾਮਪਲ ਕਿ ਇਹ ਥੋੜੇ ਟਾਈਮ ਤੋਂ ਪਰਮੇਸ਼ਰ ਦੇ ਘਰ ਦੇ ਵਿੱਚ ਆ ਰਹੇ ਭੈਣ ਭਰਾ। I am very new into Lord's house. ਜਿੱਦਾਂ ਜਿੱਦਾਂ ਇਹਨੇ ਪਰਮੇਸ਼ਰ ਦੇ ਛੋਟੇ ਛੋਟੇ ਕੰਮਾਂ ਦੇ ਵਿੱਚ ਇਹਨੇ ਇਨਵੋਲਵ ਹੋਣਾ ਸ਼ੁਰੂ ਕੀਤਾ। And I started involving into everything almost. ਇਨਵੋਲਵ ਹੁੰਦੇ 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 ਐਕਟਿਵ ਹੋਈ ਤੇ ਪਰਮੇਸ਼ਰ ਨੇ ਆਪਣੇ ਦਾਸ ਨੂੰ ਦਿਖਾ ਦਿੱਤਾ ਕਿ ਇਹਦੇ ਉੱਤੇ ਕਾਲਿੰਗ ਹੈ। And when I started involving into all little things, Lord has shown to His servant that He has a calling for me. ਗਿਫਟ ਇਦਾਂ ਹੀ ਨਿਕਲਦੇ ਆ। And in this way, the gifts are gonna be revealed. ਛੋਟੀ ਮੋਟੀ ਸੇਵਾ ਦੇ ਵਿੱਚ ਜ਼ਰੂਰ ਲੱਗੀਏ। And we should take part into small service. ਤੇ ਅੱਜ ਇਹਨੂੰ ਪਰਮੇਸ਼ਰ ਇਸਤੇਮਾਲ ਕਰ ਰਿਹਾ ਹੈ। And Lord is ਇਹ using ਨਹੀਂ now. ਕਿ ਟ੍ਰਾਂਸਲੇਸ਼ਨ ਇਹਨੂੰ ਅੰਗਰੇਜ਼ੀ ਆਉਂਦੀ ਆ, ਇਹ ਨਹੀਂ, ਬਲਕਿ ਆਤਮਾ ਦੇ ਵਿੱਚ ਵੀ ਵੱਧ ਰਹੀ ਆ, ਅਸੀਂ ਦੇਖ ਰਹੇ ਆ। ਹਾਲੇਲੂਇਆ। ਪਰਮੇਸ਼ਰ ਦੇ ਡਰ ਦੇ ਵਿੱਚ ਚੱਲਣ ਵਾਲੀ ਬੱਚੀ ਆ ਪਰਮੇਸ਼ਰ। ਹਾਲੇਲੂਇਆ। ਸਾਰੀ ਮਹਿਮਾ ਪ੍ਰਭੂ ਯਿਸੂ ਨੂੰ ਦਿੰਦੇ ਆ। All glory belongs to Lord Jesus Christ. ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਧੰਨਵਾਦ ਕਰਦੇ ਪਰਮੇਸ਼ਰ ਦਾ। ਬਹੁਤ ਖੁਸ਼ੀ ਦੀ ਗੱਲ ਹੈ ਇੱਕ ਜਣਾ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰਨ ਵਾਸਤੇ ਖੜਾ ਹੋਣਾ। And we give thanks to the Lord because it is a thing of like big happiness that someone is serving the Lord.
ਭੈਣੋ ਤੇ ਭਰਾਵੋ, ਏਦਾਂ ਹੀ ਇੱਕ ਦਿਨ ਮੈਂ ਕਰਦੀ ਸੀ, ਏਦਾਂ ਹੀ ਇੱਕ ਦਿਨ ਆ ਭੈਣਾਂ ਕਰਦੀਆਂ। ਅੱਜ ਰਮਨ ਨੂੰ ਇੱਕ ਚਾਬੀਆਂ ਮਿਲ ਗਈਆਂ। ਜਿੱਦਾਂ ਜਿੱਦਾਂ ਵਧੀ ਜਾਓਗੇ ਪਰਮੇਸ਼ਰ ਕੁੰਜੀਆਂ ਦੇਈ ਜਾਊਗਾ ਸਾਨੂੰ, ਦਰਵਾਜ਼ੇ ਖੋਲਣ ਦੀਆਂ, ਬਚਨ ਦੀਆਂ, ਹਰ ਇੱਕ ਚੀਜ਼ ਦੀਆਂ। And brothers and sisters, we all used to do the same things. And whenever you grow into the Lord, He is going to open the ways. ਵਚਨ ਕਹਿੰਦਾ ਤੁਹਾਨੂੰ ਪਰਮੇਸ਼ਰ ਦਾ ਵੀ ਫੇਵਰ ਮਿਲੂਗਾ ਤਾਂ ਬੰਦਿਆਂ ਦਾ ਵੀ ਮਿਲਦਾ ਆ। ਇਹ ਸੱਚਾ ਪਰਮੇਸ਼ਰ ਆ। Verse says you're going to get the favor from the Lord and from the human beings too, because He is the true God. ਜਦੋਂ ਚਰਚ ਦੇ ਵਿੱਚ ਪਾਸਟਰਸ ਜਾਂ ਭੈਣ ਭਰਾ ਯਕੀਨ ਕਰਨ ਲੱਗੇ, ਇਸ ਤੋਂ ਵੱਡਾ ਫੇਵਰ ਕੀ ਹੋ ਸਕਦਾ? And then people gonna start building a faith into their pastor, but another big miracle can happen. ਭੁੱਲ ਜਾਓ ਕਿ ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ ਉਹ ਕੀ ਕਹਿੰਦੇ ਆ, ਭੁੱਲ ਜਾਓ, ਕਿਉਂਕਿ ਉਹ ਕੀ ਕਹਿੰਦਾ ਜਿਹੜਾ ਉਹਨਾਂ ਦਾ ਵੀ ਰੱਬ ਆ। And forget about the people who do not know the Lord, because He is the God of them too. ਹਾਲੇਲੂਇਆ, ਹਾਲੇਲੂਇਆ, ਧੰਨਵਾਦ ਕਰਦੇ ਪਰਮੇਸ਼ਰ ਦਾ। ਹਾਲੇਲੂਇਆ, ਹਾਲੇਲੂਇਆ, ਧੰਨਵਾਦ ਕਰਦੇ ਪਰਮੇਸ਼ਰ ਦਾ। Give thanks to the Lord. ਹਾਲੇਲੂਇਆ। ਅਗਲੇ ਪੁਆਇੰਟ 'ਚ ਜਾਂਦੇ ਆ। We're gonna go into another point. ਨੰਬਰ 5, Number 5. ਆਤਮਾ ਦੀ ਆਵਾਜ਼ ਨੂੰ ਸੁਣੋ। ਕਿੰਨਾ ਜ਼ਰੂਰੀ ਆ। Let's hear to the voice of ਹੁਣ Holy ਜਿਹੜੇ Spirit. ਸਟੈਪ ਆਪਾਂ ਕਰਕੇ ਆਏ ਆ, ਜਦੋਂ ਇੱਥੇ ਪਹੁੰਚ ਜਾਂਦੇ ਆ ਕੇ ਅਸੀਂ ਹੋ ਜਾਂਦੇ ਰੈਡੀ ਉਹਦੀ ਆਵਾਜ਼ ਨੂੰ ਸੁਣਨ ਲਈ। And when we prepared all those steps, now we are ready to hear His voice. ਉਹਦੀ ਆਵਾਜ਼ ਤੋਂ ਇਲਾਵਾ ਆਪਣੇ ਦਿਲ ਨੂੰ ਵੀ ਸੁਣੋ। And you should also listen to your heart, accept His voice. ਆਪਾਂ ਬਚਨ ਚੋਂ ਦੇਖਦੇ ਹਾਂ, ਭਜਨ 37 ਦਾ 4 ਤੇ 5ਵਾਂ ਵਰਸ ਦੇਖਦੇ ਹਾਂ। We're gonna read Psalm 37, verse 4 and 5. ਕਹਿੰਦਾ ਵਚਨ, ਤੁਸੀਂ ਪ੍ਰਭੂ ਦੀ ਸੰਗਤ ਵਿੱਚ ਆਨੰਦ ਮਨਾਵੋ ਤਾਂ ਉਹ ਤੁਹਾਡੇ ਮਨ ਦੀ ਇੱਛਾ ਨੂੰ ਪੂਰੀਆਂ ਕਰੇਗਾ। ਕਿੰਨੇ ਜਾਣੇ ਆਨੰਦ ਮਨਾਉਂਦੇ ਆ ਪਰਮੇਸ਼ਰ ਦੀ ਸੰਗਤ ਦੇ ਵਿੱਚ? ਪਰਮੇਸ਼ਰ ਤੁਹਾਡੀ ਇੱਛਾ ਨੂੰ ਪੂਰਾ ਕਰੇਗਾ, ਇਹ ਉਹਦਾ ਵਚਨ ਕਹਿੰਦਾ ਆ। ਆਮੇਨ। Delight yourself also in the Lord, and He shall give you the desire of your heart. ਵਚਨ ਕਹਿੰਦਾ ਆਪਣੇ ਆਪ ਨੂੰ ਪਰਮੇਸ਼ਰ ਨੂੰ ਸੌਂਪ ਦਿਓ, ਉਸ ਉੱਤੇ ਭਰੋਸਾ ਰੱਖੋ ਤਾਂ ਉਹ ਤੁਹਾਡੀ ਮਦਦ ਕਰੇਗਾ। And word says, commit your ways to the Lord, trust also in Him, and He shall bring it to pass. Amen. ਹਾਲੇਲੂਇਆ। ਸੌਂਪਦੇ ਆਪਾਂ ਪਰਮੇਸ਼ਰ ਨੂੰ ਪ੍ਰਾਰਥਨਾ ਦੇ ਸਮੇਂ ਉਹਦੇ ਹੱਥਾਂ 'ਚ। Do we surrender ourselves to the Lord when we do prayers? ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਪਰਮੇਸ਼ਰ ਨੂੰ ਆਪਣਾ ਆਪ ਦਿੰਨੇ, ਉਹਦੇ ਨਾਲ ਚੱਲ ਰਹੇ ਹਾਂ, ਤਾਂ ਉਹ ਕਿੰਨਾ ਆਨੰਦਿਤ ਸਮਾਂ ਆ। ਐਕਸਪੀਰੀਅੰਸ ਨਹੀਂ ਕੀਤਾ ਤਾਂ ਕਰੋ। And when we surrender ourselves to the Lord and we walk with Him, it is a wonderful thing. We should experience it. ਪਰਮੇਸ਼ਰ ਆਪਣੇ ਆਪ ਤੁਹਾਨੂੰ ਸ਼ੇਪ ਦੇ ਵਿੱਚ ਲੈ ਆਊਗਾ, ਆਕਾਰ ਦੇ ਵਿੱਚ ਲੈ ਆਊਗਾ। And Lord will reshape you and He will make you according to Him. ਹਾਲੇਲੂਇਆ। ਉਹਦੇ ਪਲਾਨ ਦੇ ਵਿੱਚ ਇੱਕ ਅਲੱਗ ਇੰਜੋਏ ਆ, ਜੋਏ। And we're gonna have a joy into His plans. ਹੁਣ ਆਪਾਂ ਜਦੋਂ ਪਰਮੇਸ਼ਰ ਦੀ ਸੇਵਾ ਕਰਦੇ, ਤੁਸੀਂ ਸਾਨੂੰ ਸਾਰਿਆਂ ਨੂੰ ਦੇਖਦੇ ਹੁੰਦੇ ਕਿ ਜਿੰਨੇ ਜਾਣੇ ਵੀ ਆਪਾਂ ਸੇਵਾ ਕਰਦੇ, ਸਾਰੇ ਜਾਣੇ ਤੇ ਕਿੰਨੇ ਜੋਏ 'ਚ ਕਰਦੇ ਆ ਕੇ ਦੇਖਦੇ ਆ। And when we all serve the Lord, we all can see that we are in a big joy. We serve the Lord with the joy. ਪਹਿਲੇ ਟਾਈਮ ਤੋਂ ਪਹੁੰਚ ਜਾਂਦੇ ਕਈ ਜਾਣੇ ਤਾਂ। And some of us come before that time. ਤੇ ਜੋਏ ਕਿੱਥੋਂ ਆਉਂਦਾ ਆ? And where this joy come from? ਪਰਮੇਸ਼ਰ ਦੀ ਸੇਵਾ ਦੇ ਵਿੱਚ, ਉਹਦੇ ਪਲਾਨ ਦੇ ਵਿੱਚ ਖੁਸ਼ੀ ਆ। We get this joy from the service of the Lord, from His plans. The joy of the Lord is my strength. ਉਹ ਸ਼ਕਤੀ ਤਾਂ ਸਾਡੇ ਵਿੱਚ ਹੀ ਪਈ ਹੋਆ। Joy of the Lord is my strength. Yes, hallelujah. ਕਿਤੇ ਪਾਲਣ ਦੀ ਲੋੜ ਨਹੀਂ ਗੀ। We don't need to seek anywhere else. ਹਾਲੇਲੂਇਆ। Hallelujah. ਸਭ ਤੋਂ ਵੱਧ ਖੁਸ਼ੀ ਮੈਨੂੰ ਜਦੋਂ ਮਿਲਦੀ ਆ, ਮੈਂ ਆਪਣਾ ਕਹਿੰਦੀ ਆ, ਸਾਰਿਆਂ ਨੂੰ ਮਿਲਦੀ ਆ ਜਦੋਂ ਪਰਮੇਸ਼ਰ ਦੀ ਸੇਵਾ ਕਰਦੀ ਆ। And I get happiness in the service of Lord. ਕਿਉਂਕਿ ਇਸ ਵਿੱਚ ਪਰਮੇਸ਼ਰ ਦੀ ਇੱਛਾ ਆ। Because in the service, Lord has His ਇਹ ਮੇਰੀ will. ਕਾਲਿੰਗ ਆ, ਸਾਰੇ ਜਾਣੇ ਕਹੋ। It is my calling. Let's say everyone, it is my calling. ਇਸ ਲਈ ਮੈਨੂੰ ਪਰਮੇਸ਼ਰ ਨੇ ਬਣਾਇਆ ਆ। That's why Lord has made me. ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਥੋੜੇ ਐਕਟਿਵ ਹੋ ਜਾਓ ਇਹਦੇ ਵਿੱਚ। Let's be active and let's give thanks to the Lord. ਰਿਵਾਈਵਲ ਪੰਜਾਬੀ ਚਰਚ ਸਰੀ ਦੀ ਕਮਿਊਨਿਟੀ ਜਿਹੜੀ ਆ ਨਾ, ਇਹਨੂੰ ਸੁਣਾ ਆ ਆਪਾਂ ਇਕੱਲੇ ਨੂੰ। And Revival Punjabi Church, we need to
touch all the people in the city. 12 ਚੇਲਿਆਂ ਨੇ ਦੁਨੀਆ ਹਲਾਤੀ, ਲੋਕਾਂ ਨੂੰ ਬਾਹਰ ਕਿੱਦਾਂ ਤੁਸੀਂ ਦੇਖ ਰਹੇ ਇੰਡੀਆ ਦੇ ਵਿੱਚ ਕਿੱਦਾਂ ਪਰੇਸ਼ਾਨੀ ਹੋਈ ਪਈ ਮਸੀਹਾਂ ਤੋਂ, ਇਹ ਆਪਾਂ ਇੱਥੇ ਵੀ ਕਰਨਾ ਆ। And those 12 apostles, they shaken the whole world. And you can see in the India too, people are got trouble with by the Christians. And we need to do the same thing over here ਹੁਣ too. ਆਪਾਂ ਲਾਸਟ ਪੁਆਇੰਟ ਦੇਖਦੇ ਨੰਬਰ 6, ਆਪਣੇ ਹਾਲਾਤਾਂ ਤੇ ਨਜ਼ਰ ਮਾਰੋ। And we gonna see point 6. We should have a look on to ਪਰਮੇਸ਼ਰ ਦੀ ਯੋਜਨਾ ਜਿਹੜੀ ਆ ਉਹ ਤੁਹਾਡੇ ਹਾਲਾਤਾਂ ਮੁਤਾਬਕ, ਤੁਹਾਡੇ ਮਤਲਬ ਸਰੀਰ ਮੁਤਾਬਕ ਜਾਂ ਜਿੱਦਾਂ ਵੀ ਕਹਿ ਲਓ ਤੁਹਾਡੇ ਮੁਤਾਬਕ ਹੋਊਗੀ ਪਰਮੇਸ਼ਰ ਦੀ ਇੱਛਾ। And Lord's plans and His will takes place according to your circumstances. ਹੁਣ ਜੇ ਤਾਂ ਕੋਈ ਪੜ੍ਹਿਆ ਲਿਖਿਆ ਆ, If someone is educated, ਉਹਨੂੰ ਪਰਮੇਸ਼ਰ ਉਦਾਂ ਦੀ ਸੇਵਾ 'ਚ ਲੈ ਕੇ ਜਾਊਗਾ। and Lord gonna bring him into that kind of service. ਜੇ ਕੋਈ ਮੇਰੇ ਵਰਗਾ ਅਨਪੜ੍ਹ ਆ ਤਾਂ ਉਹ ਰੋਟੀਆਂ ਪਕਾਊਗਾ। And if someone is like me, uneducated, he gonna make. ਇਹ ਇੱਕ ਇਦਾਂ ਦਾ ਟੈਲੈਂਟ ਆ, ਉਹ ਸਾਰਿਆਂ ਦਾ ਢਿੱਡ ਭਰ ਦਿੰਦਾ ਆ। And this is the kind of talent that. ਇੱਥੋਂ ਹੀ ਸਾਰੇ ਖੁਸ਼ ਹੋ ਕੇ ਪਰਮੇਸ਼ਰ ਦੀ ਵਡਿਆਈ ਕਰਦੇ ਆ। ਹਾਲੇਲੂਇਆ। And if people are filled, they gonna praise the Lord. ਹੁਣ ਜਿੱਦਾਂ ਸਾਡੇ ਸਿਸਟਰ ਜੀ ਨੂੰ ਪਰਮੇਸ਼ਰ ਨੇ ਸੈਕਟਰੀ ਦੀ ਜੌਬ ਦਿੱਤੀ ਨਾ, ਕੋਲ ਉਹ ਕੋਣੇ ਆ। And Lord has given our sister the secretary's job. ਤੇ ਇਧਰ ਸਾਡੇ ਪੜ੍ਹੇ ਲਿਖੇ ਭੈਣ ਇੱਕ ਹੋਰ ਇਹ ਟ੍ਰੈਜ਼ਰ ਆ। And another sister is a treasure. ਤੇ ਸਾਡੇ ਆਂਟੀ ਜੀ ਵਰਸ਼ਿਪ ਕਰਦੇ ਆ, ਬ੍ਰਦਰ ਜੀ ਵਰਸ਼ਿਪ ਕਰਦੇ ਆ। And our auntie and brothers is a worshipper. ਹੁਣ ਅੱਜ ਸੋਚੋ ਤੁਸੀਂ ਕੀ ਕਰਨਾ ਆ। And now you think what you ਪੁੱਛੋ want. ਪ੍ਰਭੂ ਨੂੰ, ਪ੍ਰਭੂ ਕੀ ਕਰਨਾ ਆ, Ask the Lord, Lord, what ਤੇਰੀ should I ਕੀ do? ਇੱਛਾ ਆ। What is your will for me? ਜੇ ਕਿਸੇ ਨੂੰ ਬਿਰਿਆਨੀ ਬਣਾਉਣੀ ਆਉਂਦੀ ਤਾਂ ਉਹਦੇ ਕੋਲ ਇਹੀ ਉਹਦੀ ਕਾਲਿੰਗ ਆ। And if someone knows how to make a biryani, this is your calling. ਹਾਲੇਲੂਇਆ। ਭੈਣੋ ਤੇ ਭਰਾਵੋ, ਇੱਥੇ ਇਹ ਸੱਚੀ ਮਜ਼ਾਕ ਵਾਲੀ ਗੱਲ ਨਹੀਂ ਗੀ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ। ਤੁਸੀਂ ਕਿਸੇ ਲਈ ਪ੍ਰਾਰਥਨਾ ਕਰਕੇ ਵੀ ਉਹਦੀ ਇੱਛਾ ਨੂੰ ਪੂਰਾ ਕਰ ਸਕਦੇ ਆ। ਤੁਸੀਂ ਕਿਸੇ ਨੂੰ ਦੇ ਕੇ ਵੀ ਕਰ ਸਕਦੇ ਆ। ਤੁਸੀਂ ਕਿਸੇ ਨੂੰ ਰਾਈਡ ਦੇ ਕੇ ਕਰ ਸਕਦੇ ਆ। ਤੁਸੀਂ ਕਿਸੇ ਨੂੰ ਹੌਸਲਾ ਦੇ ਕੇ ਕਰ ਸਕਦੇ ਆ। ਤੁਸੀਂ ਕਿਸੇ ਨੂੰ ਸਮਾਈਲ ਦੇ ਕੇ ਕਰ ਸਕਦੇ ਆ। ਤੁਸੀਂ ਕਿਸੇ ਨੂੰ ਹੱਗ ਦੇ ਕੇ ਕਰ ਸਕਦੇ ਆ, ਕਿਉਂਕਿ ਪਰਮੇਸ਼ਰ ਆਪਣੇ ਲੋਕਾਂ ਦੇ ਵਿੱਚ ਦੀ ਹੋ ਕੇ ਕੰਮ ਕਰਦਾ। ਆਮੇਨ। ਹਰ ਵੇਲੇ ਤਿਆਰ ਰਹੋ। And brothers and sisters, be ready every time. You can fulfill His will by bringing a smile on people's faces, by helping them, by embracing them, by anything. ਹੁਣ ਆਪਣੇ ਹਾਲਾਤਾਂ ਤੇ ਨਜ਼ਰ ਮਾਰੋ। And let's have a look on ਤੁਸੀਂ ਕੀ ਕਰ yourself. ਸਕਦੇ ਆ ਪ੍ਰਭੂ ਦੇ ਲਈ। What you can do for the Lord. ਜਿੱਦਾਂ ਐਗਜ਼ਾਮਪਲ ਦਿੰਨੀ ਆ, ਜੇ ਕੋਈ 6 ਫੁੱਟ ਤੋਂ ਉੱਪਰ ਹੋਊਗਾ ਤਾਂ ਉਹ ਬਾਸਕਟਬਾਲ ਖੇਡੂਗਾ। And for instance, if someone is 6 feet, he's gonna play the ਤੇ basketball. ਜੇ ਕੋਈ 5 ਕੁਛ ਹੋਊਗਾ ਤਾਂ ਉਹ ਦੂਜਾ ਸੌਕਰ ਖੇਡੂਗਾ। And if someone is 5 and some, he's gonna play the soccer. ਤੁਹਾਡੇ ਅੰਦਰ ਹੀ ਉਹ ਗੁਣ ਹੈਗੇ, ਤੁਹਾਨੂੰ ਸਾਰਿਆਂ ਨੂੰ ਪਤਾ ਸਮਾਈਲ ਦੇ ਰਹੇਗਾ। ਤਿਆਰ ਹੋ ਜਾ ਪ੍ਰਭੂ ਦੇ ਕੰਮਾਂ ਦੇ ਵਾਸਤੇ। And it's hidden inside you, and you should be ready for God's ਹੁਣ ਮੈਂ service. ਦੱਸ ਦਿੱਤਾ ਆ ਕਿ ਮੈਨੂੰ ਤੇ ਬਣਾਉਣਾ ਤੇ ਖਿਲਾਉਣਾ ਚੰਗਾ ਲੱਗਦਾ ਆ। And as I told you, I know how to cook and how to. ਜਦੋਂ ਇੱਕ ਜਾਣਾ ਖੜਾ ਹੁੰਦਾ, ਕਈ ਜਾਣੇ ਨਾਲ ਰਲ ਜਾਂਦੇ ਆ। ਹੁਣ ਹਸਪੀਟੈਲਿਟੀ ਦੀ ਜਿਹੜੀ ਸਾਰੀਆਂ ਭੈਣਾਂ ਸੇਵਾ ਕਰਦੀਆਂ। And now when one is standing, another come to help him. And ਹਾਲੇਲੂਇਆ। ਤੇ ਉੱਥੋਂ ਹੀ ਕਰਦੇ ਕਰਦੇ ਆਪਾਂ ਪ੍ਰਚਾਰ ਕਰਨ ਲੱਗ ਗਏ। and by doing this, we start preaching. ਮੈਂ ਕਿਹਾ ਪਾਸਟਰ ਜੀ ਮੈਂ ਨਹੀਂ ਇਹ ਕੰਮ ਕਰ ਸਕਦੀ। ਨੋ ਪਾਸਟਰ ਜੀ ਕਹਿੰਦੇ ਭੈਣ ਤੂੰ ਕਰ ਸਕਦੀ ਆ। And at the first I denied. I said, Pastor Ji, sorry, I cannot do this. But Pastor said, no, sister, you can. ਪਰਮੇਸ਼ਰ ਦਾ ਆਤਮਾ ਆਪਣੇ ਦਾਸਾਂ ਤੇ ਭੇਦ ਪ੍ਰਗਟ ਕਰਦਾ ਆ। ਵਿਸ਼ਵਾਸ ਕਰੋ। And Lord's Spirit reveal the mysteries on His people. ਜ਼ਬਰਦਸਤੀ ਇੱਕ ਦੂਜੇ ਦੀ ਕਾਲਿੰਗ 'ਚ ਨਹੀਂ ਫਸਣਾ। And do not go into others' callings. ਤੁਹਾਨੂੰ ਯੂਨੀਕ ਬਣਾਇਆ, ਅਲੱਗ ਬਣਾਇਆ ਪਰਮੇਸ਼ਰ ਨੇ। ਅਲੱਗ ਤਰ੍ਹਾਂ ਦਾ ਬੁਣਿਆ ਆ ਤੁਹਾਨੂੰ। ਤੁਹਾਡਾ ਮਾਈਂਡ ਅਲੱਗ ਤਰ੍ਹਾਂ ਸੈੱਟ ਕੀਤਾ ਪਰਮੇਸ਼ਰ ਨੇ। And Lord has made you unique, and He has a different mindset for you. ਹੁਣ ਚੇਲਿਆਂ ਦੇ ਕਰਤੱਵ 16 ਦਾ 6 ਤੋਂ 10 ਤੱਕ ਪੜ੍ਹਨਾ ਆ। We're gonna read Acts of Apostles. ਪਵਿੱਤਰ ਆਤਮਾ ਨੇ, ਤੁਸੀਂ ਭਾਵੇਂ ਨਾ ਸਾਰਾ ਪੜ੍ਹਿਓ, ਮੈਂ ਪੜ੍ਹਦੀ ਨਹੀਂ ਹਾਂ। ਪਵਿੱਤਰ ਆਤਮਾ ਨੇ ਉਹਨਾਂ ਨੂੰ ਅਸੀਆ ਵਿੱਚ ਬੋਲਣ ਤੋਂ ਮਨਾ ਕੀਤਾ। ਇੱਥੇ ਪਵਿੱਤਰ ਆਤਮਾ ਨੇ ਉਹਨਾਂ ਨੂੰ ਚੇਲਿਆਂ ਨੂੰ ਉੱਥੇ ਬੋਲਣ ਤੋਂ, ਅਸੀਆ ਸ਼ਹਿਰ ਸੀ, ਉੱਥੇ ਬੋਲਣ ਤੋਂ ਮਨਾ ਕੀਤਾ। ਅਲਾਉ ਨਹੀਂ ਕੀਤਾ ਪਰਮੇਸ਼ਰ ਨੇ, ਮੌਕਾ ਨਹੀਂ ਦਿੱਤਾ। ਕਈ ਵਾਰੀ ਅਸੀਂ ਚਾਹੁੰਦੇ ਕੁਝ ਕਰਨਾ, ਪਰਮੇਸ਼ਰ ਮੌਕਾ ਨਹੀਂ ਦਿੰਦਾ। ਨਾਰਾਜ਼ ਨਾ ਹੋਵੋ, ਕਿਉਂਕਿ ਪਰਮੇਸ਼ਰ ਨਹੀਂ ਚਾਹੁੰਦਾ ਜ਼ੋਰ ਨਾਲ, ਜ਼ਬਰਦਸਤੀ ਨਾਲ ਨਹੀਂ, ਉਹਦੀ ਇੱਛਾ ਦੇ ਨਾਲ ਕੰਮ ਕਰਨਾ। And when sometimes we get mad that why Lord hadn't given us a chance for something, do not be mad because ਕਦੀ ਨਾ it's His ਸੋਚੋ will for us.
ਪਾਸਟਰ ਜੀ ਨੇ ਮੇਰਾ ਨਾਂ ਨਹੀਂ ਲਿਖਿਆ, ਇਹਦਾ ਨਾਂ ਲਿਖਤਾ, ਇਹਦਾ ਨਹੀਂ ਲਿਖਿਆ, ਮੇਰਾ ਲਿਖਤਾ, ਇਹਨੂੰ ਭੈਣ ਨੇ ਬੁਲਾ ਲਿਆ, ਮੈਨੂੰ ਨਹੀਂ। ਭੈਣੋ ਤੇ ਭਰਾਵੋ, ਸਭ ਕੁਝ ਸਹਿ ਲਓ, ਕਿਉਂਕਿ ਪਰਮੇਸ਼ਰ ਦੀ ਇੱਛਾ ਕੋਈ ਹੋਰ ਨਹੀਂ। And do not ever think why Pastor did not grant me these duties. ਵਚਨ ਕਹਿੰਦਾ ਤੁਹਾਡੇ 'ਚ ਲੜਾਈਆਂ ਦਾ ਝਗੜੇ ਕਿੱਥੋਂ ਆ ਗਏ? And verses where those wars and fightings came. ਸਾਡੇ ਵਿੱਚ ਇਹ ਹੋਣਾ ਇੱਕ ਸਾਡੇ ਲਈ ਕਮਜ਼ੋਰੀ ਆ। And if we fight with each other, it is a big weakness. ਹਾਲੇਲੂਇਆ। ਕਹਿੰਦਾ ਇਸ ਲਈ ਉਹ ਫੁਰਗਿਆ ਅਤੇ ਗਲਾਤੀਆਂ ਦੇ ਇਲਾਕਿਆਂ ਵਿੱਚ ਦੀ ਹੋ ਕੇ ਜਦੋਂ ਉਹ ਮੁਸਿਆ ਦੀ ਹੱਦਾਂ ਤੇ ਪਹੁੰਚੇ ਤਾਂ ਉਹਨਾਂ ਬਿਥਨੀਆ ਵਿੱਚ ਜਾਣ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਦੀ ਆਤਮਾ ਨੇ, ਕਿਹਦੀ ਆਤਮਾ ਨੇ? ਯਿਸੂ ਦੀ ਆਤਮਾ ਨੇ ਉਹਨਾਂ ਨੂੰ ਆਗਿਆ ਨਾ ਦਿੱਤੀ। ਪਰਮੇਸ਼ਰ ਨੇ ਅੱਗੇ ਵਧਣ ਹੀ ਨਹੀਂ ਦਿੱਤਾ ਉਹਨਾਂ ਨੂੰ। ਉੱਥੇ ਪੌਲ ਨੂੰ ਇਸ ਲਈ ਉਹ ਮੁਸਿਆ ਦੇ ਰਾਹੀਂ ਤਰੋਆਸ ਵਿੱਚ ਆਏ, ਹੋਰ ਪਾਸੇ ਨੂੰ ਚੱਲ ਪਏ। ਉੱਥੇ ਪੌਲ ਨੂੰ ਰਾਤ ਵੇਲੇ ਇੱਕ ਦਰਸ਼ਨ ਹੋਇਆ। ਇੱਕ ਮਕਦੂਨੀਆ ਨਿਵਾਸੀ ਉੱਥੇ ਖੜਾ ਹੈ ਤੇ ਸੱਦ ਰਿਹਾ ਹੈ, ਮਕਦੂਨੀਆ ਦੀ ਵੱਲ ਆਓ ਅਤੇ ਸਾਡੀ ਮਦਦ ਕਰੋ। ਉਹਨੂੰ ਦਰਸ਼ਨ ਮਿਲਿਆ ਕਿ ਕੋਈ ਇੱਕ ਮਕਦੂਨੀਆ ਨਿਵਾਸੀ ਖੜਾ ਆ ਤੇ ਉਹ ਬੁਲਾ ਰਿਹਾ ਆ ਕਿ ਸਾਡੇ ਵੱਲ ਨੂੰ ਆਓ। ਪਰਮੇਸ਼ਰ ਨੇ ਦਰਸ਼ਨ ਦਿੱਤਾ। ਹੁਣ ਇਹ ਦਰਸ਼ਨ ਆਪਾਂ ਦੇਖਦੇ ਹਾਂ ਕਿ ਪੌਲ ਨੂੰ ਕਿੱਦਾਂ ਆ ਗਿਆ। ਐਦਾਂ ਤਾਂ ਆ ਨਹੀਂ ਸਕਦਾ ਜਿੱਦਾਂ ਆਪਾਂ ਹੁਣ ਗੱਲਾਂ ਬਾਤਾਂ ਕਰਦੇ ਹਾਂ। ਉਹ ਪ੍ਰਾਰਥਨਾ 'ਚ ਬੈਠਾ ਹੋਊਗਾ। And now we're going to see how Paul have seen the vision. He cannot see by any other ways, but by the sitting in the prayers, he had seen the vision that someone is calling him. ਜਦੋਂ ਅਸੀਂ ਪ੍ਰਾਰਥਨਾ 'ਚ ਬਹਿ ਕੇ ਉਹਦੀ ਇੱਛਾ ਨੂੰ ਭਾਲਦੇ ਹਾਂ ਤਾਂ ਉਹ ਸਾਨੂੰ ਦਰਸ਼ਨ ਦਿੰਦਾ ਆ। And when we sent into the prayers and we ask for his will, he give us visions. ਹਾਲੇਲੂਇਆ। ਤੇ ਫਿਰ ਕਹਿੰਦਾ ਅਸੀਂ ਮਕਦੂਨੀਆ ਦੀ ਵੱਲ ਜਦੋਂ ਉਸ ਨੂੰ ਇਹ ਦਰਸ਼ਨ ਹੋਇਆ ਤਾਂ ਅਸੀਂ ਤੁਰੰਤ ਹੀ ਮਕਦੂਨੀਆ ਪਹੁੰਚਣ ਦੀ ਕੋਸ਼ਿਸ਼ ਕਰਨ ਲੱਗੇ। ਉਹਨਾਂ ਨੇ ਉਹ ਦਰਸ਼ਨ ਦੇਖ ਕੇ ਉੱਧਰ ਨੂੰ ਤੁਰ ਪਏ। And when they had seen the vision, immediately they tried to go to Macedonia. ਪਰਮੇਸ਼ਰ ਉਹਨਾਂ ਲੋਕਾਂ ਵਿੱਚ ਸ਼ੁਭ ਸਮਾਚਾਰ ਸੁਣਾਉਣ ਲਈ ਸਾਨੂੰ ਸੱਦ ਰਿਹਾ ਆ। And they ਅੱਜ ਤੁਹਾਨੂੰ ਸੱਦ ਰਿਹਾ ਪਰਮੇਸ਼ਰ ਕਿਸੇ ਗੱਲ ਲਈ। And they concluded that Lord had called us to preach the gospel to them. ਹੁਣ ਆਪਾਂ ਦੇਖਿਆ ਪੌਲੁਸ ਨੂੰ ਪਹਿਲਾਂ ਤਾਂ ਬੰਦ ਦਰਵਾਜ਼ੇ ਦਾ ਸਾਹਮਣਾ ਕਰਨਾ ਪਿਆ, ਉੱਧਰ ਨੂੰ ਜਾਣ ਨਹੀਂ ਦਿੱਤਾ ਪਰਮੇਸ਼ਰ ਨੇ। And as we have seen, the Lord forbid him to go anywhere else. ਉਹਦੀ ਮਰਜ਼ੀ ਸੀ ਉੱਧਰ ਨੂੰ ਜਾਣ ਦੀ, ਤੇ ਪਰ ਪਰਮੇਸ਼ਰ ਨੇ ਦੂਜੇ ਪਾਸੇ ਨੂੰ ਦਰਸ਼ਨ ਦਿੱਤਾ। He wanted to go somewhere else, but Lord asked him to go to another place. ਜਿੱਦਾਂ ਜੋਨਾ ਨਵੀ ਜਿਹੜਾ ਸੀ, ਪ੍ਰਭੂ ਨੇ ਉਹਨੂੰ ਕਿਹਾ ਕਿ ਤੂੰ ਨਿਨਵੇ ਸ਼ਹਿਰ ਨੂੰ ਜਾ, ਤਾਂ ਉਹ ਮੇਰੇ ਵਰਗਾ ਤਰਸ਼ੀਸ਼ ਨੂੰ ਤੁਰ ਪਿਆ। And as we know that the Lord asked Jonah to go to Nineveh, but he went to somewhere else. ਜੇ ਮਰਜ਼ੀ ਨਾਲ ਚੱਲਾਂਗੇ ਤਾਂ ਜੋਨਾ ਵਾਂਗੂ ਕਸ਼ਟ ਪਾਵਾਂਗੇ। ਮੱਛੀ ਦੇ ਢਿੱਡ ਵਿੱਚ 3 ਦਿਨ ਤੇ 3 ਰਾਤਾਂ ਰਹਿ ਕੇ ਸਾਰੇ ਬਾਲ ਬੂਲ ਲਾ ਲੈ। And if we gonna walk like Jonah, we gonna be into big trouble. ਪਰਮੇਸ਼ਰ ਦਾ ਧੰਨਵਾਦ ਕਰਦੇ ਕਿ ਆਪਣਾ ਚਰਚ ਆਤਮਿਕ ਚਰਚ ਆ, ਆਪਾਂ ਨਹੀਂ ਏਦਾਂ ਭਟਕਾਂਗੇ। ਹਾਲੇਲੂਇਆ। And we give thanks to the Lord because our church is a spiritual church, and we ਉਦੋਂ know ਉਹਦੇ ਕੋਲ that ਪਰਮੇਸ਼ਰ ਦੀ ਮਰਜ਼ੀ ਤੇ ਨਹੀਂ ਚੱਲਿਆ ਤੇ ਆਤਮਾ ਨੇ ਅਗਵਾਈ ਨਹੀਂ ਕੀਤੀ। ਜਦੋਂ ਮਰਜ਼ੀ ਨਾਲ ਚੱਲਾਂਗੇ ਤੇ ਆਤਮਾ ਅਗਵਾਈ ਕਰੇਗਾ। because he didn't see ਸਾਡੇ the ਕੋਲ Lord's will. ਮਦਦਗਾਰ ਆ। ਪ੍ਰਭੂ ਯਿਸੂ ਕਹਿੰਦੇ ਮੈਂ ਪਿਤਾ ਕੋਲ ਚੱਲਾ ਆ ਤੇ ਮਦਦਗਾਰ ਨੂੰ ਭੇਜਾਂਗਾ, ਤੁਹਾਨੂੰ ਇਕੱਲੇ ਨਹੀਂ ਛੱਡਾਂਗਾ। ਹਾਲੇਲੂਇਆ। ਜੋ ਕਮਜ਼ੋਰੀਆਂ ਵਿੱਚ ਤੁਹਾਡੀ ਮਦਦ ਕਰੇਗਾ। Because Lord said, I'm gonna give you the helper, and helper gonna lead us when we gonna seek his will. ਜਦੋਂ ਦਰਵਾਜ਼ਾ ਬੰਦ ਹੋ ਜਾਂਦਾ ਤਾਂ ਅਸੀਂ ਰੁੱਸ ਕੇ ਬਹਿ ਜਾਂਦੇ। ਅਸੀਂ ਕਹਿੰਦੇ ਪਾਸਟਰ ਜੀ ਹੁਣ ਤਾਂ ਆ ਨਹੀਂ ਹੋਇਆ, ਉੱਥੇ ਤਾਂ ਆ ਨਹੀਂ ਗੱਲ ਹੋਈ, ਤਾਂ ਹੁਣ ਅਸੀਂ ਪਾਸਟਰ ਜੀ ਬਸ ਪ੍ਰਭੂ ਨੂੰ ਪਤਾ ਨਹੀਂ ਕੀ ਗੱਲ, ਪ੍ਰਭੂ ਨੇ ਕਿਉਂ ਨਹੀਂ ਦੁਆ ਸੁਣੀ। And when we see that we are failed somewhere, or the doors are closed for us, we are like, Lord, why this didn't happen? ਜਦੋਂ ਇੱਕ ਦਰਵਾਜ਼ਾ ਬੰਦ ਹੁੰਦਾ ਤਾਂ ਪਰਮੇਸ਼ਰ ਦੂਜਾ ਖੋਲ ਦਿੰਦਾ ਆ। And when one door is closed, Lord's gonna open another for you. ਹਾਲੇਲੂਇਆ। ਇਹ ਵੀ ਖਿਆਲ ਰੱਖਣਾ, ਸਾਰੇ ਖੁੱਲੇ ਦਰਵਾਜ਼ੇ ਪਰਮੇਸ਼ਰ ਵੱਲੋਂ ਨਹੀਂ, ਇਹ ਵੀ ਯਾਦ ਰੱਖਣਾ। And keep in mind that all the open doors are ਇਹ not from ਆਤਮਿਕ God. ਗੱਲਾਂ ਤੇ ਆਤਮਾ ਦੁਆਰਾ ਹੀ ਸਮਝੀਆਂ ਜਾ ਸਕਦੀਆਂ ਆ। These are the spiritual things, and you can know these by the Holy Spirit. जब सारे दरवाजे तुझे बंद दिखें, समझो नया द्वार खोला है प्रभु ने। And when you see that all of the doors are closed, you should understand that the new door फिर is की करना है? ਮੰਗੋ ਤਾਂ ਦਿੱਤਾ ਜਾਵੇਗਾ, ਖੜਕਾਓ ਤਾਂ ਖੋਲਿਆ ਜਾਵੇਗਾ। ਹਰ ਇੱਕ ਜੋ ਮੰਗਦਾ ਹੈ ਉਸ ਨੂੰ ਮਿਲਦਾ ਹੈ, ਹਰ ਇੱਕ ਜੋ ਖੜਕਾਉਂਦਾ ਹੈ ਉਸ ਲਈ ਖੋਲਿਆ ਜਾਂਦਾ ਹੈ।
And at that time, you're going to follow the Lord's words. You're going to ask Him, you're going to knock His door, and He is going to open His door. ਪ੍ਰਾਰਥਨਾ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ। And prayer is very important into our lives. ਹਾਲੇਲੂਇਆ। ਪ੍ਰਾਰਥਨਾ ਰਾਹੀਂ ਦਰਵਾਜ਼ੇ ਖੁੱਲ ਜਾਂਦੇ ਆ। And doors are going to be opened with the prayers. ਹਾਲੇਲੂਇਆ। ਉਸ ਦੀ ਇੱਛਾ ਮੁਤਾਬਕ ਕਰਨੀ ਪ੍ਰਾਰਥਨਾ। And we need to pray according to ਜਦੋਂ His will. ਪੌਲ ਤੇ ਸਲਾਸ ਜੇਲ੍ਹ ਦੇ ਵਿੱਚ ਪ੍ਰਾਰਥਨਾ ਕਰਦੇ ਸੀ ਤਾਂ ਦਰਵਾਜ਼ੇ ਖੁੱਲ ਗਏ ਸੀ, ਸੰਗਲ ਟੁੱਟ ਗਏ ਸੀ, ਕੈਦੀ ਆਜ਼ਾਦ ਹੋ ਗਏ ਸੀ। And when Paul and Silas were praying into the prison, all the doors were open and the chains were broken. ਹਾਲੇਲੂਇਆ। ਕਿੰਨੇ ਜਾਣੇ ਅੱਜ ਪ੍ਰਾਰਥਨਾ ਵਾਲਾ ਜੀਵਨ ਗੁਜ਼ਾਰਨ ਦਾ ਵਾਅਦਾ ਕਰਦੇ ਆ। And how many of us want to promise to live the life according to the prayers? ਹਾਲੇਲੂਇਆ। ਕੁਝ ਮਨ ਦੇ ਵਿੱਚ ਹਿਲਜੁਲ ਹੋਈ ਕਿ ਮੈਂ ਵਚਨ ਪੜ੍ਹਨਾ ਤੇ ਪ੍ਰਾਰਥਨਾ ਕਰਨੀ ਤੇ ਪਰਮੇਸ਼ਰ ਦੀ ਇੱਛਾ ਨੂੰ ਪਾਲਣਾ ਹੈ। And has your hearts moved that you're going to do prayer and you're going to seek for God's will? ਆਓ ਅੱਜ ਆਪਾਂ ਖੜੇ ਹੋਈਏ। Let's stand. ਪਰਮੇਸ਼ਰ ਕਹਿੰਦਾ ਆ ਆਓ ਅੱਜ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ, ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। And Lord says, come and listen to the God's voice and do not make your ਧਿਆਨ hearts ਦਿਓ ਕਿ ਪਰਮੇਸ਼ਰ ਕੀ ਕਹਿਣਾ ਚਾਹੁੰਦਾ ਆ। and pay attention on what God wants. ਪਰਮੇਸ਼ਰ ਦਾ ਆਤਮਾ ਏਕਤਾ ਦਾ ਆਤਮਾ, ਸੁਮੇਲ ਦਾ ਆਤਮਾ ਆ, ਸ਼ਾਂਤੀ ਦਾ ਆਤਮਾ ਆ। And Lord's spirit is a spirit of ਬੇਤਰਤੀਬੀ ਦਾ ਆਤਮਾ ਨਹੀਂ, ਪਰਮੇਸ਼ਰ ਦਾ ਆਤਮਾ। and His spirit is not something for we. ਆਪਣੇ ਮਨਾਂ ਨੂੰ ਇਸ ਵੇਲੇ ਸਾਫ਼ ਕਰੀਏ, Let's clean our hearts right now. ਕਿਉਂਕਿ ਅੱਜ ਪਹਿਲੀ ਕੀ ਜਿਹੜੀ ਆ, ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ। Because the first thing is, I am holy and you should ਆਪਣੇ be holy. ਮਨਾਂ ਨੂੰ ਸ਼ੁੱਧ ਕਰੋ। Let's clean our hearts. ਹਾਲੇਲੂਇਆ। ਅੱਜ ਆਪਣੇ ਮਨਾਂ ਨੂੰ ਖਾਲੀ ਕਰੀਏ, ਆਪਣੀਆਂ ਸੋਚਾਂ ਨੂੰ ਪਰਮੇਸ਼ਰ ਨੂੰ ਦਈਏ, Let's empty our hearts and surrender our thoughts. ਸਰੈਂਡਰ ਕਰ ਦਈਏ ਪਰਮੇਸ਼ਰ ਨੂੰ। ਜੇ ਸਾਰੇ ਜਾਣੇ ਅੱਗੇ ਆਉਣਾ ਚਾਹੁੰਦੇ ਤਾਂ ਆਪਾਂ ਅੱਗੇ ਆ ਕੇ ਹਾਲੇਲੂਇਆ ਆਪਾਂ ਸਾਰੇ ਜਾਣੇ ਹੱਥ ਫੜ ਕੇ ਅੱਜ ਪ੍ਰਾਰਥਨਾ ਕਰੀਏ ਏਕਤਾ ਦੇ ਵਿੱਚ, ਯੂਨਿਟੀ ਦੇ ਵਿੱਚ। Let's pray in the unity. ਕਿਉਂਕਿ ਪਰਮੇਸ਼ਰ ਦਾ ਵਚਨ ਅੱਜ ਪੂਰਾ ਹੋਵੇ ਕਿ ਜਿੱਥੇ 2 ਜਾਂ 3 ਮੇਰੇ ਨਾਮ 'ਚ ਇਕੱਠੇ ਹੁੰਦੇ ਆ ਉੱਥੇ ਪਰਮੇਸ਼ਰ ਆਪਣਾ ਆਤਮਾ ਉਡੇਲਦਾ ਹੈ।